ਸਾਡੇ ਨਾਲ ਫਾਰਮਰ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਹੈਗੇ ਨੇਗੇ ਕਰਨੈਲ ਸਿੰਘ ਆਹੀ ਜੀ। ਹੁਣ ਫਾਰਮਰ ਭਾਵੇਂ ਹੋ ਗਏ ਨੇਗੇ ਪਰ ਉਦੋਂ ਬਾਅਦ ਵੀ ਵਕਾਲਤ ਦੇ ਵਿੱਚ ਦੁਬਾਰੇ ਸ਼ੁਰੂਆਤ ਕਰੀ ਆ। पिछले साल 21 जुलाई अगस्त ਦੇ ਵਿੱਚ ਮੈਂ ਆਪਣਾ ਲਾਇਸੈਂਸ ਰਿਵਾਈਵ ਕਰਾਇਆ ਹੈਗਾ। ਉਸ ਲਾਇਸੈਂਸ ਤੇ ਰਿਵਾਈਵ ਹੋਣ ਨਾਲ ਮੇਰੇ ਮਨ 'ਚ ਆਈ ਆ ਕਿ ਜੇਕਰ ਘਰ ਬੈਠ ਜਾਈਏ ਤੇ ਇਹ ਸੋਚੀਏ ਕਿ ਪੈਨਸ਼ਨ ਮਿਲਦੀ ਹੈ ਜਾਂ ਪੈਸਾ ਕਮਾ ਲਿਆ ਪਹਿਲਾਂ ਤਨਖਾਹ ਲੈ ਲਈ ਹੈਗੀ ਆ, ਉਹ ਜ਼ਿੰਦਗੀ ਦਾ ਕੋਈ ਫਾਈਨਲ ਟੱਚ ਨਹੀਂ ਹੁੰਦਾ। ਕਹਿੰਦੇ ਨੇ ਵੀ ਕਈ ਜੱਜ ਪੈਸੇ ਲੈ ਲੈਂਦੇ ਨੇ, ਆਮ ਤੌਰ ਤੇ ਚੱਲਣ ਬਣ ਗਿਆ ਹੁਣ ਤਾਂ ਗੱਲਾਂ ਬਹੁਤ ਸੁਣਨ ਨੂੰ ਮਿਲਦੀਆਂ ਨੇ। ਤਾਂ ਕਈ ਵਾਰ ਹੁੰਦਾ ਇਹ ਆ ਵੀ ਜੱਜਾਂ ਨੂੰ ਜੱਜ ਪਤਾ ਨਹੀਂ ਹੁੰਦਾ ਉਹਦੇ ਅੱਗੇ ਵਾਲੇ ਜਾਂ ਨਾਲ ਵਾਲੇ ਕੋਈ ਹੋਰ ਹੁੰਦੇ ਨੇ ਉਹ ਲੈ ਜਾਂਦੇ ਨੇ। ਮੈਂ 319 ਦੇ ਵਿੱਚ ਡਿਸਮਿਸ ਕੀਤੀ ਐਪਲੀਕੇਸ਼ਨ ਔਰ ਇੱਕ ਨਾਂ ਮੇਰੇ ਯਾਦ ਹੈ ਜਿਹੜਾ ਕਿ ਰਿਟਾਇਰਮੈਂਟ ਤੋਂ ਬਾਅਦ ਮੈਨੂੰ ਪਤਾ ਲੱਗਿਆ ਹੈਗਾ ਕਿ ਉਹ ਮੇਰੇ ਨਾਂ ਤੇ ਪੈਸੇ ਖਾ ਗਿਆ। ਇਹ ਗੱਲ ਦੱਸੀ ਮੈਨੂੰ ਨਾਲ ਦੇ ਮੁਜਰਮ ਨੇ ਜਿਹੜਾ ਕਿ ਬਲਰਾਜ ਮਲੋਟ ਦਾ ਗਾ, ਜਿਹਨੂੰ ਮੈਂ 302 ਵਿੱਚ ਉਮਰ ਕੈਦ ਕੀਤੀ ਹੈ। ਕਹਿੰਦਾ ਸਰ ਤੁਹਾਡੀ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ, ਪਰ ਸਾਡੇ ਤੋਂ ਇੱਕ ਭੰਗ ਝੜੀ ਦੇ ਪੈਸੇ ਖਾ ਗਿਆ। ਇੱਕ ਮੇਰੇ ਕੋਲ ਹੀ ਇੱਕ ਬੰਦਾ ਮਿਲਿਆ, ਉਹਨੂੰ ਨਹੀਂ ਸੀ ਪਤਾ ਕਿ ਮੈਂ ਜੱਜ ਹਾਂ। ਕਹਿੰਦਾ ਸਰ ਕੋਈ ਹੁਕਮ ਹੋਵੇ, ਮੇਰਾ ਚਾਚੇ ਦਾ ਮੁੰਡਾ ਜੱਜ ਆ ਫਲਾਣੇ ਜ਼ਿਲ੍ਹੇ ਦੇ ਵਿੱਚ, ਕੋਈ ਦੱਸਿਓ। ਤੇ ਮੈਂ ਫਰਜ਼ੀ ਤੌਰ ਤੇ ਕਹਿੰਦਾ, ਮੈਂ ਕਿਹਾ 302 ਦਾ ਕੇਸ ਆ। ਕਹਿੰਦਾ ਕੀ ਨਾਮ ਆ? ਮੈਂ ਕਿਹਾ ਕਮਿਕਰ ਪੁੱਤਰ ਭਾਗ। ਤੇ ਉਹਨੂੰ ਪੁੱਛ ਲਾ ਕਹਿੰਦਾ ਤਰੀਕ ਕਿੰਨੀ ਆ? ਮੈਂ ਕਿਹਾ ਦਸੰਬਰ ਦੀ 25 ਹੈਗੀ ਆ। ਦਸੰਬਰ ਉਹਨੂੰ ਇਹ ਨਹੀਂ ਪਤਾ ਵੀ 25 ਨੂੰ ਛੁੱਟੀ ਹੁੰਦੀ ਹੈਗੀ ਆ। ਇੱਕ ਦੇਖੀਏ ਸਭ ਬੜਾ ਚੱਲਣ ਬਣਿਆ ਹੋਇਆ ਆਮ ਤੌਰ ਤੇ ਸੁਣਨ ਨੂੰ ਮਿਲਦਾ ਹੈ। ਕਹਿੰਦੇ ਵੀ ਕਈ ਵਾਰ ਕੋਈ ਮੁੰਡਾ ਜਾਂ ਕੋਈ ਕੁੜੀ ਲਾ ਲਓ ਤੁਸੀਂ, ਕਹਿੰਦੇ ਜੱਜ ਅੱਗੇ ਉਹਦੀ ਸੁਣਵਾਈ ਹੋਣੀ ਸੀ ਜਾਂ ਡਿਸੀਜਨ ਹੋਣਾ ਸੀਗਾ, ਚੰਗਾ ਸੱਜ ਧੱਜ ਕੇ ਵਗ ਗਿਆ ਕਰ ਗਿਆ, ਉਸ ਚੀਜ਼ ਦੇ ਕਰਕੇ ਉਹਨੂੰ ਜੱਜ ਨੇ ਛੱਡਦੇ ਵੀ ਉਹਨੂੰ ਸਜ਼ਾ ਸੁਣਾਤੀ। ਵੀ ਤੱਥ ਇੱਕ ਤਾਂ ਹੁੰਦੇ ਨੇ ਕੋਰਟ ਦੇ ਵਿੱਚ ਜਦੋਂ ਕੇਸ ਜਾਂਦਾ, ਫੈਕਟ ਜਾਂਦੇ ਨੇਗੇ, ਗਵਾਹ ਜਾਂਦੇ ਨੇਗੇ, ਉਹ ਚੀਜ਼ਾਂ ਦੇ ਆਧਾਰ ਦੇ ਨਾਲ ਇਹ ਚੀਜ਼ਾਂ ਮਾਇਨੇ ਰੱਖਦੀਆਂ ਨੇ ਕਿ ਆਖਰਕਾਰ ਇੱਕ ਜੱਜ ਜਦੋਂ ਸਾਹਮਣੇ ਬੈਠਾ ਉਹ ਦੇਖਦਾ ਵੀ ਅਪਰਾਧੀ ਹੈ, ਜਿਹੜਾ ਆਰੋਪੀ ਹੈ ਉਹ ਕਹੇ ਜਾ, ਤੇ ਉਸ ਚੀਜ਼ ਨੂੰ ਦੇਖ ਕੇ ਫਿਰ ਉਹ ਸਜ਼ਾ ਸੁਣਾਉਂਦਾ ਜਾਂ ਛੱਡਦਾ ਉਹਨੂੰ। ਹੁਣ ਸਪੋਜ਼ ਕਰੋ ਲੜਕੀ ਕਹਿੰਦੀ ਹੈ ਕਿ ਮੇਰੇ ਕੋਲ ਗੁਜ਼ਾਰੇ ਦਾ ਸਾਧਨ ਨਹੀਂ, ਮੇਰੇ ਪਤੀ ਤੋਂ ਖਰਚਾ ਦਿਵਾਇਆ ਜਾਵੇ। ਇਹਦੇ ਉਲਟ ਉਹ ਕੰਨਾਂ ਦੇ ਵਿੱਚ, ਹੱਥਾਂ ਦੇ ਵਿੱਚ, ਗਲ ਵਿੱਚ ਸੋਨੇ ਦੇ ਗਹਿਣੇ ਪਾ ਕੇ 10 ਤੋਲੇ ਆਉਂਦੀ ਹੈ, ਉਹਦਾ ਵੀ ਤਾਂ ਇਫੈਕਟ ਮਾੜਾ ਹੀ ਹੈਗਾ। ਕਾਤਲ ਕੇਸ ਆ ਜਾਂ ਇੰਜਰੀ ਕੇਸ ਹੈ ਤੇ ਵਕੀਲ ਜਾਂ ਮੁਜਰਮ ਜੱਜ ਨੇ ਆ ਕੇ ਭੈੜੇ ਸ਼ਬਦ ਵਰਤਦਾ ਜਾਂ ਕੁਰਖਤ ਲੈਂਗੁਏਜ ਦੇ ਵਿੱਚ ਜਾਂ ਆਪਣੀ ਕੋਰਟ ਦੇ ਵਿੱਚ ਪ੍ਰੈਜੈਂਟੇਸ਼ਨ ਹੀ ਅੱਛੀ ਨਹੀਂ ਕਰਦਾ, ਉਹਦਾ ਵੀ ਬੈਡ ਇਫੈਕਟ ਹੁੰਦਾ। ਇੱਕ ਲੋਕਾਂ ਦੇ ਦਿਮਾਗ 'ਚ ਸਿੱਧੇ ਤੌਰ ਤੇ ਜਾਂਦਾ ਜਦੋਂ ਕੋਈ ਜੁਡੀਸ਼ਰੀ ਦੇ ਵਿੱਚੋਂ ਕੋਈ ਬੰਦਾ ਛੱਡ ਕੇ ਵਕਾਲਤ ਸ਼ੁਰੂ ਕਰਦਾ ਕਿਸੇ ਵੀ ਉਹਦੇ ਤੋਂ ਹੋਵੇ, ਤਾਂ ਉਹਨਾਂ ਨੂੰ ਲੱਗਦਾ ਹੁੰਦਾ ਵੀ ਕਿਤੇ ਇਹ ਜ਼ਿਆਦਾ ਇਫੈਕਟਿਵ ਰਹੂਗਾ, ਜਿਵੇਂ ਕੋਈ ਤੁਹਾਨੂੰ ਅੱਗੇ ਵਕੀਲ ਚਾਹੁੰਦਾ ਹੋਣਾ। ਪੰਜਾਬ ਦੇ ਕਰੀਬ 80% ਜ਼ਿਲ੍ਹਾ ਮੈਂ ਬਤੌਰ ਜੱਜ ਕੱਢਿਆ। ਬਰਨਾਲਾ ਮੇਰਾ ਆਪਣਾ ਸ਼ਹਿਰ ਹੈਗਾ। ਸੋ ਉਹ ਲੋਕੀ ਉਸ ਜ਼ਿਲ੍ਹੇ 'ਚੋਂ ਖੁਸ਼ੀ ਮਨਾਉਂਦੇ ਨੇ ਕਿ ਜਿਹੜੇ ਜੱਜ ਸਾਹਿਬ ਕਰਨੈਲ ਸਿੰਘ ਇੱਥੇ ਸੀਗੇ, ਅੱਜ ਉਹ ਵਕਾਲਤ ਕਰਦੇ ਨੇ, ਹੈਪੀਲੀ ਮੇਰੇ ਕੋਲ ਕੰਮ ਲੈ ਕੇ ਆਪਣੇ ਆਪ ਹੀ ਆ ਰਹੇ ਨੇ। ਸਤਿ ਸ਼੍ਰੀ ਅਕਾਲ। ਸਮਾਜ ਦੇ ਬਹੁਤ ਪਹਿਲੂਆਂ ਦੇ ਨਾਲ ਤੁਹਾਨੂੰ ਜਾਣੂ ਕਰਾਉਂਦੇ ਰਹਿੰਦੇ ਆ ਤੇ ਉਹਨਾਂ ਦੀ ਜ਼ਿੰਦਗੀ ਤੇ ਖਾਸ ਤੌਰ ਤੇ ਅੱਗੇ ਨੂੰ ਸਮਾਜ ਲਈ ਉਹ ਕੀ ਕਰਨਾ ਚਾਹੁੰਦੇ ਨੇ। ਅੱਜ ਗੱਲ ਕਰਾਂਗੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਫਾਰਮਰ ਨੇਗੇ ਸਾਡੇ ਨਾਲ, ਤੇ ਉਹਨਾਂ ਦੇ ਨਾਲ ਗੱਲਬਾਤ ਦੇ ਨਾਲ ਉਹ ਚੀਜ਼ਾਂ ਵੀ ਜਾਣਾਂਗੇ ਜਿਹੜੀ ਉਹਨਾਂ ਦੀ ਜ਼ਿੰਦਗੀ ਦੇ ਨਾਲ ਇਹ ਜਦੋਂ ਚੱਲਦਾ ਹੈ। ਜਿਵੇਂ ਕਹਿੰਦੇ ਆ ਵੀ ਜਦੋਂ ਬੰਦਾ ਇੱਕ ਸੀਟ ਤੇ ਬਹਿੰਦਾ ਤਾਂ ਉਹ ਤੇ ਕਈ ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ। ਉਹ ਜ਼ਿੰਮੇਵਾਰੀਆਂ ਦੇ ਵਿੱਚੋਂ ਜੇ ਦੇਖਿਆ ਜਾਵੇ ਸਾਹਮਣੇ ਵਾਲੇ ਨੂੰ ਦੇਖ ਕੇ ਕਿਸ ਤਰ੍ਹਾਂ ਦੇ ਨਾਲ ਇਨਸਾਫ, ਕਿਸੇ ਨੂੰ ਸਖਤੀ, ਕਿਸੇ ਨੂੰ ਨਰਮੀ, ਬਹੁਤ ਸਾਰੇ ਪਹਿਲੂ ਰਹਿੰਦੇ ਨੇਗੇ। ਤੇ ਨਾਲ ਅਜਿਹੇ ਲੋਕ ਜਾਂ ਕਹੀਏ ਅਜਿਹੇ ਸ਼ਖਸ ਬਹੁਤ ਘੱਟ ਹੁੰਦੇ ਨੇ ਜਦੋਂ ਆਪਦੀ ਜ਼ਿੰਦਗੀ ਉਦੋਂ ਬਾਅਦ ਵੀ ਦਿੰਦੇ ਨੇ, ਜਦੋਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਜੇ ਕਹੀਏ ਉਹ ਸੀਟ ਤੋਂ ਖਤਮ ਹੋ ਜਾਂਦੀਆਂ ਨੇ। ਸਾਡੇ ਨਾਲ ਫਾਰਮਰ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਹੈਗੇ ਨੇਗੇ ਕਰਨੈਲ ਸਿੰਘ ਆਹੀ ਜੀ। ਇਹਨਾਂ ਨੇ ਜੇ ਕਹੀਏ ਕਿ ਹੁਣ ਫਾਰਮਰ ਭਾਵੇਂ ਹੋ ਗਏ ਨੇਗੇ ਪਰ ਉਦੋਂ ਬਾਅਦ ਵੀ ਵਕਾਲਤ ਦੇ ਵਿੱਚ ਦੁਬਾਰੇ ਸ਼ੁਰੂਆਤ ਕਰੀ ਆ। ਆਈ ਸਾਹਿਬ ਦੇਖਿਆ ਜਾਵੇ ਬਹੁਤ ਵਧੀਆ ਲਾਈਫ ਇੱਕ ਜਿਵੇਂ ਕਹਿੰਦੇ ਜੱਜ ਦੀ ਹੁੰਦੀ ਆ, ਤੇ ਉਦੋਂ ਬਾਅਦ ਦੇ ਵਿੱਚ ਵੀ ਤੁਸੀਂ ਦੇਣ ਕਰੀ ਕਿ ਮੈਂ ਫਿਰ ਵੀ ਵਕਾਲਤ ਅੱਗੇ ਜਾਰੀ ਰੱਖੂੰਗਾ ਆਪਦੀ। ਸਭ ਤੋਂ ਪਹਿਲਾਂ ਤੁਹਾਡੇ ਸਪੋਕਸਮੈਨ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਵਕਾਲਤ ਅਤੇ ਜੁਡੀਸ਼ੀਅਲ ਅਫੀਸਰ ਐਜ ਡਿਸਟ੍ਰਿਕਟ ਜੱਜ ਦੇ ਤੌਰ ਤੇ ਕੰਮ ਕੀਤਾ ਤੇ ਦੋਨੇ ਪੋਸਟਾਂ ਦਾ ਆਨੰਦ ਮਾਣਿਆ ਹੈਗਾ। ਵਕਾਲਤ ਦੇ ਦੌਰਾਨ ਸਾਨੂੰ ਸਾਡੀ ਯੂਨੀਵਰਸਿਟੀਆਂ ਸਿਖਾਉਂਦੀਆਂ ਨੇ ਕਿ ਕਿਸ ਤਰ੍ਹਾਂ ਵਕਾਲਤ ਦੇ ਪੇਸ਼ੇ ਨੂੰ ਉੱਚਾ ਚੱਕਣਾ ਤੇ ਕਿਵੇਂ ਨਿਮਰਤਾ ਨਾਲ ਅਦਾਲਤਾਂ ਦੇ ਵਿੱਚ ਪੇਸ਼ ਹੋਣਾ ਹੈ। ਜੋ ਵਿਅਕਤੀ ਨਿਮਰਤਾ ਨਾਲ ਕੋਰਟ 'ਚ ਪੇਸ਼ ਹੁੰਦਾ ਉਹਨੂੰ ਕੋਰਟ ਵੱਲੋਂ ਵੀ ਸਤਿਕਾਰ ਮਿਲਦਾ ਹੈਗਾ। ਮੈਂ ਕਹਿਣਾ ਹੁੰਦਾ ਕਿ ਜੱਜ ਦਾ ਓਰੀਜਨ ਜਾਂ ਜਨਮ ਵੀ ਵਕੀਲਾਂ ਵਿੱਚੋਂ ਹੈ ਅਤੇ ਉਸ ਦਾ ਅੰਤ ਵੀ ਵਕੀਲਾਂ ਦੇ ਵਿੱਚ ਹੀ ਹੁੰਦਾ ਹੈਗਾ। ਸੋ ਉਸੇ ਕੜੀ ਦੇ ਤਹਿਤ ਮੈਂ ਪਹਿਲਾਂ ਵਕਾਲਤ ਕੀਤੀ
ਲੰਬਾ ਸਮਾਂ। ਫਿਰ ਸੁਪੀਰੀਅਰ ਜੁਡੀਸ਼ਰੀ 'ਚ ਮੈਂ ਐਜ ਏ ਜੱਜ ਸਿਲੈਕਟ ਹੋਇਆ, ਫਿਰ ਡਿਸਟ੍ਰਿਕਟ ਜੱਜ ਫਾਰਗ ਹੋਇਆ, ਅਤੇ ਮੈਂ ਅਪ੍ਰੈਲ 20 ਦੇ ਵਿੱਚ ਜੋਬ ਤੋਂ ਬਾਅਦ ਫਾਰਗ ਹੋਇਆ ਤਾਂ ਕਰੋਨਾ ਤੋਂ ਟੌਪ 'ਤੇ ਸੀਗਾ। ਅਤੇ ਪਿਛਲੇ ਸਾਲ 21 ਜੁਲਾਈ ਅਗਸਤ ਦੇ ਵਿੱਚ ਮੈਂ ਆਪਣਾ ਲਾਇਸੈਂਸ ਰਿਵਾਈਵ ਕਰਾਇਆ ਹੈਗਾ। ਉਸ ਲਾਇਸੈਂਸ 'ਤੇ ਰਿਵਾਈਵ ਹੋਣ ਨਾਲ ਮੇਰੇ ਮਨ 'ਚ ਆਈ ਆ ਕਿ ਜੇਕਰ ਘਰ ਬੈਠ ਜਾਈਏ ਅਤੇ ਇਹ ਸੋਚੀਏ ਕਿ ਪੈਨਸ਼ਨ ਮਿਲਦੀ ਹੈ ਜਾਂ ਪੈਸਾ ਕਮਾ ਲਿਆ, ਪਹਿਲਾਂ ਤਨਖਾਹ ਲੈ ਲਈ ਹੈਗੀ ਆ, ਉਹ ਜ਼ਿੰਦਗੀ ਦਾ ਕੋਈ ਫਾਈਨਲ ਟੱਚ ਨਹੀਂ ਹੁੰਦਾ। ਜ਼ਿੰਦਗੀ ਵਿੱਚ ਜਦ ਤੱਕ ਇਨਸਾਨ ਦੇ ਸਰੀਰ ਰਿਸ਼ਟ ਪੁਸ਼ਟ ਹੈਗਾ ਔਰ ਤੁਹਾਡਾ ਦਿਮਾਗ ਚੱਲਦਾ ਹੈਗਾ ਜਾਂ ਤੁਸੀਂ ਕੰਮ ਕਰ ਸਕਦੇ ਹੋ, ਆਪਣੀ ਸਮਰੱਥਾ ਦੇ ਮੁਤਾਬਕ ਤੁਹਾਨੂੰ ਕੰਮ ਕਰਨਾ ਚਾਹੀਦਾ। ਸੋ ਉਸੇ ਕੜੀ ਤਹਿਤ ਮੈਂ ਆਪਣੇ ਆਪ ਨੂੰ ਚੁਣਿਆ ਕਿ ਮੈਂ ਵਕਾਲਤ ਦੇ ਪੇਸ਼ੇ ਦੇ ਫਿੱਟ ਹੈਗਾ, ਔਰ ਮੈਂ ਸ਼ਾਇਦ ਆਪਣੇ ਲੋਕਾਂ ਨੂੰ, ਆਪਣੇ ਪਿਆਰਿਆਂ ਨੂੰ ਜਾਂ ਪੰਜਾਬੀਆਂ ਨੂੰ ਜਾਂ ਹਿੰਦੁਸਤਾਨੀਆਂ ਨੂੰ ਕੁਝ ਕਾਨੂੰਨੀ ਤੌਰ 'ਤੇ ਮੈਂ ਮਦਦ ਕਰ ਸਕਾਂ। ਉਸ ਕਰਕੇ ਮੈਂ ਵਕਾਲਤ ਦੇ ਪੇਸ਼ੇ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵਿੱਚ ਆਇਆ। ਤੇ ਦੇਖਿਆ ਜਾਵੇ ਜੱਜ ਸਾਹਿਬ, ਜਿਹੜੇ ਇੱਕ ਜ਼ਿੰਦਗੀ ਰਹਿੰਦੀ ਹੈ, ਲੋਕਾਂ ਦੇ ਸਾਹਮਣੇ ਨਾ ਇੱਕ ਨਜ਼ਰੀਆ ਬਣਿਆ ਹੋਇਆ, ਚਾਹੇ ਕੋਈ ਵੱਡਾ ਪੋਲੀਟੀਸ਼ੀਅਨ ਹੈ, ਮਿਨਿਸਟਰ ਹੈ, ਕੋਈ ਜਸਟਿਸ ਹੈ, ਇੱਕ ਹਰ ਇੱਕ ਜਿਵੇਂ ਸੀਟ ਦਾ ਅਲੱਗ-ਅਲੱਗ DC ਹੋਵੇ, SSP ਹੋਵੇ, ਲੋਕਾਂ ਨੂੰ ਲੱਗਦਾ ਵੀ ਇਹ ਲੋਕ ਪਤਾ ਨਹੀਂ ਆਮ ਸਮਾਜ 'ਚੋਂ ਵੱਖਰੇ ਹੀ ਹੁੰਦੇ ਨੇ, ਇਹਨਾਂ ਦਾ ਖਾਣ ਪੀਣ ਤੋਂ ਲੈ ਕੇ ਰਹਿਣੀ ਸਹਿਣੀ ਬਹੁਤ ਚੀਜ਼ਾਂ ਵੀ ਸ਼ਾਇਦ ਹਾਈ ਕਲਾਸ ਹੁੰਦੀਆਂ ਹੋਣੀਆਂ, ਕਿਵੇਂ ਰਹਿੰਦੇ ਹੋਣੇ ਆ। ਇਹ ਚੀਜ਼ਾਂ ਜਦੋਂ ਆਮ ਜ਼ਿੰਦਗੀ 'ਚੋਂ ਨਿਕਲੇ, ਤੁਸੀਂ ਵੀ ਆਮ ਪਰਿਵਾਰ ਦੇ ਵਿੱਚ ਵੀ ਪੈਦਾ ਹੋਏ, ਉਦੋਂ ਬਾਅਦ ਦੇ ਵਿੱਚ ਮਿਹਨਤ ਕਰੀ, ਮਿਹਨਤ ਕਰਨ ਤੋਂ ਬਾਅਦ ਤੁਸੀਂ ਸੀਟ ਤੱਕ ਪਹੁੰਚੇ, ਉਦੋਂ ਬਾਅਦ ਫਿਰ ਹੁਣ ਅੱਗੇ ਆਪਦੀ ਕਸ਼ਮਕਸ਼ ਜਾਰੀ ਰੱਖੀ ਆ, ਕਿੰਨਾ ਕੁ ਫਰਕ ਪੈ ਜਾਂਦਾ ਜਦੋਂ ਕੋਈ ਬੰਦੇ ਕੋਲ ਸੀਟ ਆਉਂਦੀ ਹੈ? ਮੈਂ ਲੇਬਰ ਕਲਾਸ 'ਚ ਪੈਦਾ ਹੋਇਆ ਹੈਗਾ, ਬਚਪਨ ਬੜਾ ਸੰਘਰਸ਼ ਨਾਲ ਗੁਜ਼ਾਰਿਆ ਹੈਗਾ। ਔਰ ਇੱਕ ਮੈਂ ਗੱਲ ਤੁਹਾਡੇ ਚੈਨਲ ਦੇ ਰੂਬਰੂ ਕਹਿਣਾ ਚਾਹੂੰਗਾ ਕਿ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੈਗਾ, ਪ੍ਰੋਟੋਕਾਲ ਦੇ ਮੁਤਾਬਕ ਜ਼ਿਲ੍ਹੇ ਦੇ ਵਿੱਚ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਨੰਬਰ 1 ਹੁੰਦਾ ਹੈਗਾ, ਡਿਪਟੀ ਕਮਿਸ਼ਨਰ ਨੰਬਰ 2 ਹੁੰਦਾ ਹੈਗਾ, ਔਰ SSP ਆਫ ਦੀ ਜ਼ਿਲ੍ਹਾ ਇਹ ਨੰਬਰ 3 'ਤੇ ਹੁੰਦਾ ਹੈਗਾ। ਆਫਟਰ ਦੀ ਰਿਟਾਇਰਮੈਂਟ IPS ਹੋਵੇ, IAS ਹੋਵੇ ਜਾਂ ਸਾਡੇ ਪ੍ਰੋਫੈਸ਼ਨ 'ਚ ਹੋਵੇ, ਉਹਨਾਂ ਦੀ ਜ਼ਿੰਦਗੀ ਜਿਉਣ ਦਾ ਨਜ਼ਰੀਆ ਵੱਖਰਾ ਹੁੰਦਾ ਹੈਗਾ। ਜਿਹੜੇ ਐਗਜੈਕਟਿਵ ਨਾਲ ਸੰਬੰਧਿਤ ਨੇ ਉਹ ਹੋਰ ਤਰ੍ਹਾਂ ਆਪਦੀ ਜ਼ਿੰਦਗੀ ਬਤੀਤ ਕਰਦੇ ਨੇ, ਪਰ ਮੈਂ ਕਹੂੰਗਾ ਕਿ ਸਾਡਾ ਜਿਹੜਾ ਪੇਸ਼ਾ ਹੈਗਾ, ਅਸੀਂ ਬਤੌਰ ਜੱਜ ਕੰਮ ਕਰਕੇ ਵੀ ਲੋਕਾਂ ਦਾ ਇਨਸਾਫ ਕੀਤਾ ਹੈਗਾ, ਔਰ ਹੁਣ ਵੀ ਇਹ ਉਸੇ ਦਾ ਹੀ ਪਾਰਟ ਹੈਗਾ। ਸਾਡੀ ਨਿਆਂਪਾਲਿਕਾ ਸੁਤੰਤਰ ਹੈਗੀ ਆ, ਇਸ ਸੁਤੰਤਰਤਾ ਨੂੰ ਕਾਇਮ ਰੱਖਦੇ ਹੋਏ ਮੈਂ ਆਪਣਾ ਪ੍ਰਣ ਕੀਤਾ ਕਿ ਮੈਂ ਇਹਨੂੰ ਹੋਰ ਉੱਚਾ ਕਰਨ ਦੀ ਕੋਸ਼ਿਸ਼ ਕਰਾਂ। ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਵਿਅਕਤੀ ਨੇ, ਬਹੁਤ ਸਾਰੇ ਭੈੜੇ ਅਨਸਰ ਨੇ ਜਿਹੜੇ ਕਿ ਇਸ ਪ੍ਰੋਫੈਸ਼ਨ ਨੂੰ ਗੰਧਲਾ ਕਰ ਰਹੇ ਹਨ। ਉਹਨਾਂ ਜੁਡੀਸ਼ੀਅਲ ਨਿਆਂਪਾਲਿਕਾ ਦਾ ਕੰਮ ਨਹੀਂ, ਪੇਸ਼ਾ ਨਹੀਂ ਮਾੜਾ, ਜਾਂ ਇਹ ਕਹਿ ਲਓ ਉਹਦੇ ਵਿੱਚ ਨਹੀਂ ਕਰਪਸ਼ਨ ਜਿੰਨੀ ਲੋਕਾਂ ਨੇ ਸਮਾਜ ਦੇ ਵਿੱਚ ਵਧਾਈ ਹੋਈ ਹੈ। ਮੇਰੀ ਇੱਕ ਉਦਾਹਰਨ ਮੈਂ ਆਪਣੀ ਹੀ ਦੇਵਾਂਗਾ ਕਿ ਮੈਂ ਇਸ ਜ਼ਿਲ੍ਹੇ 'ਚ ਕਿਸੇ 'ਚ ਮੁੱਖ ਸੀਗਾ ਜ਼ਿਲ੍ਹਾ ਜੱਜ, ਤਾਂ ਉਹਦੇ ਵਿੱਚ ਉਹਦੀ ਮੁਜਰਮ ਦੀ ਮਾਤਾ ਮੇਰੇ ਪੇਸ਼ ਹੋਈ, ਤਾਂ ਮੇਰਾ ਨਹੀਂ ਸੀ ਬਣਦਾ ਕਿ ਮੈਂ ਉਹਨੂੰ ਜ਼ਿਆਦਾ ਅਟੈਂਡ ਕਰਾਂ। ਮੈਨੂੰ ਕਿਹਾ, ਬੀਬਾ ਜਾ ਕੇ ਬੈਠੋ, ਆਪਣਾ ਕੇਸ ਚੰਗੀ ਤਰ੍ਹਾਂ ਪੇਸ਼ ਕਰੋ, ਵਕੀਲ ਸਾਹਿਬ ਨੂੰ ਕਹੋ, ਤੇ ਜੋ ਫੈਸਲਾ ਹੋਏਗਾ ਹੋ ਜਾਏਗਾ। ਅਲਟੀਮੇਟਲੀ ਮੈਂ ਉਹ ਲੜਕਾ ਬਰੀ ਕਰਤਾ ਕਤਲ ਕੇਸ ਵਿੱਚੋਂ, ਤੇ 2 ਸਾਲ ਬਾਅਦ ਉਹ ਮਾਤਾ ਉਹਦੇ ਮੁੰਡੇ ਦੀ ਮੇਰੇ ਕੋਲ ਇੱਕ ਮਿਠਾਈ ਦਾ ਡੱਬਾ ਲੈ ਕੇ ਆਈ, ਤਾਂ ਮੇਰੇ ਮੁਲਾਜ਼ਮਾਂ ਨੂੰ ਕਿਹਾ ਕਿ ਮੈਂ ਮਿਠਾਈ ਲੈ ਕੇ ਆਈ ਹਾਂ, ਤੇ ਮੈਂ ਉਹ ਔਰਤ ਪਹਿਚਾਣ ਲਈ ਸੀ ਵੀ ਉਹੀ ਆ, ਤਾਂ ਉਹਨੂੰ ਕਿਹਾ ਲੈ ਆਓ ਅੱਗੇ, ਲੈ ਉਹ ਅੱਗੇ ਆਈ। ਤਾਂ ਫਿਰ ਉਹਨੇ ਮੇਰੀ ਕੋਰਟ ਦੇ ਵਿੱਚ ਇਹ ਗੱਲ ਮੇਰੇ ਨਾਲ ਸਾਂਝੀ ਕੀਤੀ ਕਿ ਤੁਹਾਡੀ ਕੋਰਟ ਦੇ ਬਾਹਰ ਕੁਝ ਬੰਦੇ ਬੈਠੇ ਸੀਗੇ, ਤਾਂ ਉਹ ਕਹਿ ਰਹੇ ਸੀਗੇ ਕਿ ਜੱਜ ਸਾਹਿਬ ਪੈਸੇ ਲੈ ਲੈਣਗੇ, ਤੁਹਾਡਾ ਸਾਡੇ ਨਾਲ ਸੌਦਾ 20 ਤੋਂ 25 ਲੱਖ ਤੱਕ ਹੋ ਜਾਊਗਾ, ਔਰ ਤੁਸੀਂ ਇਹ ਕਰ ਲਓ, ਸਾਡੇ ਨਾਲ ਤੁਹਾਡਾ ਮੁੰਡਾ ਬਰੀ ਕਰਾ ਦਿੰਦੇ ਹੈਗੇ ਆ। ਜਿਵੇਂ ਆਮ ਤੌਰ ਤੇ ਚੱਲਣ ਸੁਣਨ ਨੂੰ ਮਿਲਦਾ ਵੀ ਹੈ, ਇਹ ਬਹੁਤ ਮਿਲਦਾ ਵੀ ਹੈ। ਤਾਂ ਉਸ ਔਰਤ ਨੇ ਕੀ ਕੀਤਾ, ਸਿਆਣੀ ਹੋਈ, ਆਪਦਾ ਸ੍ਰੀ ਸੇਖੋਂ ਵਕੀਲ ਆ ਫਰੀਦਕੋਟ ਦਾ, ਉਹਦੇ ਨਾਲ ਕਿਤੇ ਗੱਲ ਕੀਤੀ, ਤਾਂ ਸੇਖੋਂ ਸਾਹਿਬ ਉਹਨੂੰ ਕਹਿੰਦੇ ਕਿ ਬੀਬਾ ਤੇਰਾ ਕੇਸ ਵਧੀਆ ਹੈਗਾ, ਮੁੰਡਾ ਬਰੀ ਹੋ ਸਕਦਾ ਹੈਗਾ, ਜੱਜ ਇਮਾਨਦਾਰ ਆ, ਪੈਸੇ ਨਹੀਂ ਲੈਂਦਾ, ਕਿਸੇ ਹੋਰ ਕੋਲੇ ਐਵੇਂ ਨਾ ਲੁਟਾ ਹੋ ਜਾਏ। ਔਰ ਅਲਟੀਮੇਟਲੀ ਉਹੀ ਹੋਇਆ, ਮੈਂ ਬਰੀ ਕਰ ਦਿੱਤਾ। ਉਹਦੀ ਮਕਾਨ ਵੇਚ ਕੇ ਉਹਨੇ ਪੈਸੇ ਦੇਣੇ ਸੀਗੇ, ਉਹ ਬਚ ਗਈ ਹੈਗੀ ਆ। ਸੋ ਇਹ ਇੱਕ ਉਦਾਹਰਨ ਹੈਗੀ ਆ, ਇਹ ਇੱਕ ਨਹੀਂ ਹੈਗੀ, ਬਹੁਤ ਸਾਰੀਆਂ ਹੋਰ ਉਦਾਹਰਨ ਨੇਗੀਆਂ। ਮੈਂ
319 ਦੇ ਵਿੱਚ ਡਿਸਮਿਸ ਕੀਤੀ ਐਪਲੀਕੇਸ਼ਨ ਔਰ ਇੱਕ ਨਾਂ ਮੇਰੇ ਯਾਦ ਹੈ ਜਿਹੜਾ ਕਿ ਰਿਟਾਇਰਮੈਂਟ ਤੋਂ ਬਾਅਦ ਮੈਨੂੰ ਪਤਾ ਲੱਗਿਆ ਹੈਗਾ ਕਿ ਉਹ ਮੇਰੇ ਨਾਂ ਤੇ ਵੀ ਪੈਸੇ ਖਾ ਗਿਆ। ਇਹ ਗੱਲ ਦੱਸੀ ਮੈਨੂੰ ਨਾਲ ਦੇ ਮੁਜਰਮ ਨੇ ਜਿਹੜਾ ਕਿ ਬਲਰਾਜ ਮਲੋਟ ਦਾ ਗਾ, ਜਿਹਨੂੰ ਮੈਂ 302 ਵਿੱਚ ਉਮਰ ਕੈਦ ਕੀਤੀ ਆ। ਕਹਿੰਦਾ ਸਰ ਤੁਹਾਡੀ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ, ਪਰ ਸਾਡੇ ਤੋਂ ਇੱਕ ਭੰਗ ਝੜੀ ਦੇ ਪੈਸੇ ਖਾ ਗਿਆ। ਯਾਨੀ ਕਿ ਇਹ ਚੀਜ਼ਾਂ ਜਦੋਂ ਕਹਿੰਦੇ ਨੇ ਵੀ ਕਈ ਜੱਜ ਪੈਸੇ ਲੈ ਲੈਂਦੇ ਨੇ, ਆਮ ਤੌਰ ਤੇ ਚੱਲਣ ਬਣ ਗਿਆ ਹੁਣ ਤਾਂ ਗੱਲਾਂ ਬਹੁਤ ਸੁਣਨ ਨੂੰ ਮਿਲਦੀਆਂ ਨੇ। ਤਾਂ ਕਈ ਵਾਰ ਹੁੰਦਾ ਇਹ ਆ ਵੀ ਜੱਜ ਨੂੰ ਪਤਾ ਨਹੀਂ ਹੁੰਦਾ, ਉਹਦੇ ਅੱਗੇ ਵਾਲੇ ਜਾਂ ਨਾਲ ਵਾਲੇ ਕੋਈ ਹੋਰ ਹੁੰਦੇ ਨੇ ਉਹ ਲੈ ਜਾਂਦੇ ਨੇ ਪੈਸੇ। ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣੀ ਚਾਹੂੰਗਾ ਕਿ ਇੰਨੀ ਕਰਪਸ਼ਨ ਸਾਡੇ ਜੁਡੀਸ਼ਰੀ 'ਚ ਨਹੀਂ ਹੈਗੀ ਜਿੰਨੀ ਬਾਹਰ ਬੋਲਬਾਲਾ ਹੈਗਾ। ਸਾਡੇ ਦਲਾਲ ਕਹਿ ਲਓ, ਹਰ ਸਮਾਜ ਦੇ ਵਿੱਚ ਹਰ ਵਰਗ ਦੇ ਵਿੱਚ ਦਲਾਲ ਬਣਿਆ ਪਿਆਗਾ। ਮੈਂ ਕਹਿ ਦੂੰਗਾ, ਮੈਂ ਸਿਫਾਰਸ਼ ਲਾ ਦੂੰਗਾ, ਮੈਂ ਇਹ ਕਹਿ ਦੂੰਗਾ। ਇੱਕ ਮੇਰੇ ਕੋਲ ਹੀ ਇੱਕ ਬੰਦਾ ਮਿਲਿਆ, ਉਹਨੂੰ ਨਹੀਂ ਸੀ ਪਤਾ ਕਿ ਮੈਂ ਜੱਜ ਹਾਂ। ਕਹਿੰਦਾ ਸਰ ਕੋਈ ਹੁਕਮ ਹੋਵੇ, ਮੇਰਾ ਚਾਚੇ ਦਾ ਮੁੰਡਾ ਜੱਜ ਆ ਫਲਾਣੇ ਜ਼ਿਲ੍ਹੇ ਦੇ ਵਿੱਚ, ਕੋਈ ਦੱਸਿਓ। ਤੇ ਮੈਂ ਫਰਜ਼ੀ ਤੌਰ ਤੇ ਕਹਿੰਦਾ, ਮੈਂ ਕਿਹਾ 302 ਦਾ ਕੇਸ ਆ। ਕਹਿੰਦਾ ਕੀ ਨਾਮ ਆ? ਮੈਂ ਕਿਹਾ ਕਮਿਕਰ ਪੁੱਤਰ ਭਾਗ। ਤੇ ਉਹਨੂੰ ਪੁੱਛ ਲਾ, ਕਹਿੰਦਾ ਤਰੀਕ ਕਿੰਨੀ ਆ? ਮੈਂ ਕਿਹਾ ਦਸੰਬਰ ਦੀ 25 ਹੈਗੀ ਆ। ਦਸੰਬਰ, ਉਹਨੂੰ ਇਹ ਨਹੀਂ ਪਤਾ ਵੀ 25 ਨੂੰ ਛੁੱਟੀ ਹੁੰਦੀ ਹੈਗੀ ਆ। ਤੇ ਉਹ ਤੀਜੇ ਕੁ ਦਿਨ ਮੇਰੇ ਕੋਲ ਹੁਣ ਆਇਆ ਪਿਛਲੇ ਸਾਲ, ਕਹਿੰਦਾ ਜਨਾਬ ਫਿਰ ਕਿੰਨੇ ਪੈਸੇ ਕਰੀਏ ਆਪਾਂ? ਤੇ ਮੈਂ ਕਿਹਾ ਵੀ ਤੂੰ ਖੋਲ ਲਾ ਪੈ ਜਾਸਨ। ਸੋ ਉਹ ਜੱਜ ਜਿਹੜਾ ਹੈਗਾ ਮੇਰਾ ਦੋਸਤ ਹੈ, ਮੇਰੇ ਜੂਨੀਅਰ ਰਹਿ ਚੁੱਕਿਆ ਹੈਗਾ, ਤੇ ਉਹਦੇ ਖਾਨਦਾਨ ਗੁਆਂਢੀ ਏਦਾਂ ਕਰਕੇ ਸੌਦੇ ਕਰੀ ਜਾਂਦੇ ਨੇ। ਸੋ ਮੇਰਾ ਅੰਤ ਵਿੱਚ ਇੰਨੇ ਤੁਹਾਡੇ ਟੌਪਿਕ ਦੇ ਬੰਦ ਕਰੂੰ ਮੈਂ ਇਸ ਵਿਸ਼ੇ ਨੂੰ ਕਿ ਇੰਨਾ ਹੈਗਾ ਕਿ ਇਹ ਲੋਕਾਂ ਨੇ ਵਧਾਈ ਵੀ ਆ। ਔਰ ਇੱਥੋਂ ਤੱਕ ਕਿ ਜੇ ਹਾਈ ਕੋਰਟ ਦੇ ਵਿੱਚ ਕਈ ਬੰਦੇ ਆਉਂਦੇ ਨੇ ਤੇ ਇੱਥੇ ਆ ਕੇ ਕਹਿੰਦੇ ਨੇ ਹਾਈ ਕੋਰਟ ਮਾਨਯੋਗ ਨੂੰ ਵੀ ਐਲੀਗੇਸ਼ਨ ਲਾ ਦਿੰਦੇ ਨੇ। ਜਿਵੇਂ ਰੀਸੈਂਟਲੀ ਇੱਕ ਮੈਂ ਕੱਲ੍ਹ ਚੈਨਲ ਤੇ ਸੁਣੀ ਆ, ਉਹ ਕਹਿ ਰਿਹਾ ਕਿ ਜੱਜ ਹਾਈ ਕੋਰਟ ਨੇ ਇਹ ਆਰਡਰ ਰਿਜ਼ਰਵ ਕਿਉਂ ਕਰਤਾ? ਰਿਜ਼ਰਵ ਕਰਤਾ ਤਾਂ ਪੈਸੇ ਦੀ ਬੋਲਬਾਲਾ ਹੈਗਾ। ਸੋ ਐਸੀ ਗੱਲ ਨਹੀਂ ਹੈਗੀ। ਅਸੀਂ ਵੀ ਤਾਂ ਪੜ੍ਹਨੀ ਹੁੰਦੀ ਆ ਫਾਈਲ, ਅਸੀਂ ਵੀ ਬਤੌਰ ਜ਼ਿਲ੍ਹਾ ਜੱਜ ਵੀ ਕਰਦੇ ਰਹੇ ਹਾਂ, ਮਾਨਯੋਗ ਹਾਈ ਕੋਰਟ ਨੇ ਵੀ ਕਰਨਾ, ਉਹਨੂੰ ਪੜ੍ਹ ਕੇ ਦੇਖਣਾ ਹੈਗਾ। ਸੋ ਇਹ ਕਹਿਣਾ ਕਿ ਹਾਈ ਕੋਰਟ ਨੇ ਆਰਗੂਮੈਂਟ ਸੁਣ ਲਈ, ਇਹ ਰਿਜ਼ਰਵ ਕਰਤੀ, ਹੁਣ ਸਿੱਧਾ ਬੋਲਬਾਲਾ ਪੈਸੇ ਦਾ ਹੀ ਹੈਗਾ। ਸੋ ਇਹਨਾਂ ਲੋਕਾਂ ਨੂੰ ਆਪਣੇ ਆਪ ਤੇ ਕੰਟਰੋਲ ਕਰਨਾ ਚਾਹੀਦਾ, ਗੁਰੇਜ਼ ਕਰਨਾ ਚਾਹੀਦਾ, ਔਰ ਨਿਆਂਪਾਲਕਾਂ ਨੂੰ ਐਸਾ ਕਲੰਕਿਤ ਨਹੀਂ ਕਰਨਾ ਚਾਹੀਦਾ। ਔਰ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਸੁਧਾਰੋ, ਉਹਦੀ ਡੂੰਘਾਈ ਤੱਕ ਜਾਓ, ਔਰ ਚੰਗੇ ਵਕੀਲ ਜਿਹੜੇ ਅੱਛੇ ਮਿਹਨਤ ਵਾਲੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਓ। ਤੇ ਇੱਕ ਦੇਖੀਏ ਸਭ ਬੜਾ ਚੱਲਣ ਬਣਿਆ ਹੋਇਆ ਆਮ ਤੌਰ ਤੇ ਸੁਣਨ ਨੂੰ ਮਿਲਦਾ ਹੈ, ਕਹਿੰਦੇ ਵੀ ਕਈ ਵਾਰ ਕੋਈ ਮੁੰਡਾ ਜਾਂ ਕੋਈ ਕੁੜੀ ਲਾ ਲਓ ਤੁਸੀਂ, ਕਹਿੰਦੇ ਜੱਜ ਅੱਗੇ ਉਹਦੀ ਸੁਣਵਾਈ ਹੋਣੀ ਸੀ ਜਾਂ ਡਿਸੀਜਨ ਹੋਣਾ ਸੀਗਾ, ਚੰਗਾ ਸੱਜ ਧੱਜ ਕੇ ਵਗ ਗਿਆ ਕਰ ਗਿਆ, ਉਸ ਚੀਜ਼ ਦੇ ਕਰਕੇ ਉਹਨੂੰ ਜੱਜ ਨੇ ਛੱਡਦੇ ਵੀ ਉਹਨੂੰ ਸਜ਼ਾ ਸੁਣਾਤੀ। ਜਾਂ ਇਹ ਹੁੰਦਾ ਵੀ ਤੁਸੀਂ ਜਦੋਂ ਵੀ ਕਿਸੇ ਜਸਟਿਸ ਅੱਗੇ ਪੇਸ਼ ਹੁੰਦੇ ਹੋ, ਤੁਹਾਡੀ ਸੁਣਵਾਈ ਆਗਾ ਤਾਂ ਤੁਸੀਂ ਬੜੀ ਅਦਬ ਦੇ ਨਾਲ ਜਾਓ, ਨਹੀਂ ਫਿਰ ਜੇ ਤੁਸੀਂ ਉੱਥੇ ਗਰੀਬ ਜਿਹੇ ਨਹੀਂ ਬਣ ਕੇ ਗਏ ਤਾਂ ਉੱਥੇ ਫਿਰ ਜੱਜ ਅੱਗੇ ਤੁਹਾਨੂੰ ਪਤਾ ਨਹੀਂ ਕੀ ਸਜ਼ਾ ਸੁਣਾ ਦੇ ਜਾਂ ਤੁਹਾਨੂੰ ਛੱਡ ਦੇ। ਯਾਨੀ ਕਿ ਉਸ ਚੀਜ਼ ਦਾ, ਇਹ ਚੀਜ਼ ਦਾ ਕਹਿਣ ਦਾ ਮਤਲਬ ਇਹ ਹੈ ਵੀ ਤੱਥ ਇੱਕ ਤਾਂ ਹੁੰਦੇ ਨੇ ਕੋਰਟ ਦੇ ਵਿੱਚ ਜਦੋਂ ਕੇਸ ਜਾਂਦਾ, ਫੈਕਟ ਜਾਂਦੇ ਨੇਗੇ, ਗਵਾਹ ਜਾਂਦੇ ਨੇਗੇ, ਉਹ ਚੀਜ਼ਾਂ ਦੇ ਆਧਾਰ ਦੇ ਨਾਲ ਇਹ ਚੀਜ਼ਾਂ ਮਾਇਨੇ ਰੱਖਦੀਆਂ ਨੇ ਕਿ ਆਖਰਕਾਰ ਇੱਕ ਜੱਜ ਜਦੋਂ ਸਾਹਮਣੇ ਬੈਠਾ ਉਹ ਦੇਖਦਾ ਵੀ ਅਪਰਾਧੀ ਹੈ, ਜਿਹੜਾ ਆਰੋਪੀ ਹੈ ਉਹ ਕਿਹੋ ਜਿਹਾ, ਤੇ ਉਸ ਚੀਜ਼ ਨੂੰ ਦੇਖ ਕੇ ਫਿਰ ਉਹ ਸਜ਼ਾ ਸੁਣਾਉਂਦਾ ਜਾਂ ਛੱਡਦਾ ਉਹਨੂੰ। ਦੇਖੋ ਤੁਸੀਂ ਸਵਾਲ ਵੀ ਕਰ ਦਿੱਤਾ, ਇਹ ਬਹੁਤ ਜਵਾਬ ਬੜਾ ਲੰਬਾ ਚੌੜਾ ਹੈਗਾ, ਲੈਂਥੀ ਜਵਾਬ ਹੈ। ਮੈਂ ਇਹਦੇ ਬਾਰੇ ਥੋੜਾ ਸ਼ਾਰਟ ਜੀ ਗੱਲ ਕਰਨੀ ਚਾਹੂੰਗਾ ਕਿ ਜਿਹੋ ਜਿਹਾ ਪੇਸ਼ਾ, ਜਿਹੋ ਜਿਹਾ ਮੁਜਰਮ, ਜਿਹੋ ਜਿਹਾ ਕੇਸ, ਉਹਦੇ ਅਨੁਕੂਲ ਹੀ ਥੋੜਾ ਬਹੁਤਾ ਹੋਣਾ ਚਾਹੀਦਾ ਹੈਗਾ। ਹੁਣ ਸਪੋਜ਼ ਕਰੋ ਲੜਕੀ ਕਹਿੰਦੀ ਹੈ ਕਿ ਮੇਰੇ ਕੋਲ ਗੁਜ਼ਾਰੇ ਦਾ ਸਾਧਨ ਨਹੀਂ, ਮੇਰੇ ਪਤੀ ਤੋਂ ਖਰਚਾ ਦਿਵਾਇਆ ਜਾਵੇ। ਇਹਦੇ ਉਲਟ ਉਹ ਕੰਨਾਂ ਦੇ ਵਿੱਚ, ਹੱਥਾਂ ਦੇ ਵਿੱਚ, ਗਲ ਵਿੱਚ ਸੋਨੇ ਦੇ ਗਹਿਣੇ ਪਾ ਕੇ 10 ਤੋਲੇ ਆਉਂਦੀ ਹੈ, ਉਹਦਾ ਵੀ ਤਾਂ ਇਫੈਕਟ ਮਾੜਾ ਹੀ ਹੈਗਾ। ਨੰਬਰ 2, ਕਾਤਲ ਕੇਸ ਆ ਜਾਂ ਇੰਜਰੀ ਕੇਸ ਹੈ ਤੇ ਵਕੀਲ ਜਾਂ ਮੁਜਰਮ ਜੱਜ ਨੇ ਆ ਕੇ ਭੈੜੇ ਸ਼ਬਦ ਵਰਤਦਾ ਜਾਂ ਕੁਰਖਤ ਲੈਂਗੁਏਜ ਦੇ ਵਿੱਚ ਜਾਂ ਆਪਣੀ ਕੋਰਟ ਦੇ ਵਿੱਚ ਪ੍ਰੈਜੈਂਟੇਸ਼ਨ ਹੀ ਅੱਛੀ ਨਹੀਂ ਕਰਦਾ, ਉਹਦਾ ਵੀ ਬੈਡ ਇਫੈਕਟ ਹੁੰਦਾ। ਸੋ ਇਹ ਕੇਸ ਤੋਂ ਕੇਸ ਨਿਰਭਰ ਹੁੰਦਾ। ਕੋਸ਼ਿਸ਼ ਕਰਨੀ ਚਾਹੀਦੀ ਹੈ ਅਦਾਲਤਾਂ ਦੇ ਵਿੱਚ ਆਪਣੇ ਆਪ ਨੂੰ ਨਿਮਰਤਾ ਤੇ ਨੀਵੇਂ ਰੱਖ ਕੇ ਚੱਲੋ। ਇਹ ਨਹੀਂ ਅਸੀਂ ਕਹਿੰਦੇ ਕਿ ਤੁਸੀਂ ਮਾੜੇ ਕੱਪੜੇ ਪਾਓ, ਨਹੀਂ, ਥੋੜਾ ਜਿਹਾ ਵਾਜਬ ਤਰੀਕੇ ਅਦਬ ਨਾਲ ਪਾਓ ਕਿ ਵਾਜਬ ਕੱਪੜੇ ਹੋਣ, ਕੋਰਟ ਦਾ ਅਦਬ ਹੋਵੇ। ਅਸੀਂ ਵੀ ਜੱਜ ਵੀ ਤਾਂ ਇਨਸਾਨ ਹੀ ਆ, ਜੱਜ ਵੀ ਇਨਸਾਨ ਆ। ਉਸੇ ਤਰ੍ਹਾਂ ਤੁਹਾਡੇ ਸਮਾਜ ਦੇ ਵਿੱਚੋਂ ਜਿਹੜੀ ਕਣਕ ਦੀ ਰੋਟੀ ਤੁਸੀਂ ਖਾਂਦੇ ਹੋ ਉਹੀ ਜੱਜ ਖਾਂਦੇ ਨੇ, ਕੋਈ ਦੋ ਗੱਲਾਂ ਨਹੀਂ ਹੈਗੀਆਂ। ਪਰ ਮੈਂ ਇਹ ਗੱਲ ਕਹੂੰਗਾ ਕਿ ਹਮੇਸ਼ਾ ਨਿਮਰਤਾ ਤੇ ਅਕਲ ਦੀ ਤੁਸੀਂ ਆਪਣੀ ਸ਼ੋਅ ਕਰਨੀ ਆ ਕਿ ਮੇਰੇ ਕਿੰਨੀ ਕੁ ਨੌਲੇਜ ਹੈਗੀ ਆ। ਇੱਕ ਚੀਜ਼ ਹੋਰ ਦੱਸੋ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਜਿਵੇਂ ਕਿਹਾ ਜਾਵੇ, ਜਿਵੇਂ ਤੁਹਾਡੀ ਜ਼ਿੰਦਗੀ ਹੈ, ਇਹ ਕਿਸੇ ਅੱਗੇ ਦਾਇਰੇ 'ਚ ਵੀ ਬੰਨੀ ਜਾਂਦੀ ਹੈ ਜਦੋਂ ਇਸ ਚੀਜ਼ ਦਾ ਪ੍ਰੋਟੋਕੋਲ ਹੁੰਦਾ ਵੀ ਇੱਕ ਜੱਜ ਹੈ ਜਿਹੜਾ ਆਮ ਲੋਕਾਂ ਵਾਂਗੂ ਉਹ ਘੁੰਮ ਫਿਰ ਨਹੀਂ ਸਕਦਾ ਜਾਂ ਹਰੇਕ ਨੂੰ ਮਿਲ ਨਹੀਂ ਸਕਦਾ ਜਾਂ ਜਾ ਨਹੀਂ ਸਕਦਾ?
ਇਹ ਧਾਰਨਾ ਅੱਜ ਤੋਂ 20-30 ਸਾਲ ਪਹਿਲਾਂ ਜ਼ਿਆਦਾ ਪ੍ਰਬਲ ਸੀਗੀ ਜੀ ਪਰ ਅੱਜ ਉਹ ਗੱਲ ਨਹੀਂ ਹੈਗੀ। ਮੇਰੀ ਆਪਣੀ ਸੋਚ ਹੈਗੀ ਆ ਕਿ ਜਿਹੜੇ PCS ਕਾਡਰ 'ਚੋਂ ਜੁਡੀਸ਼ਲ ਅਫਸਰ ਆਉਂਦੇ ਨੇ ਉਹ ਥੋੜ੍ਹੀ ਜਿਹੀ ਹੋਰ ਦਾਇਰੇ 'ਚ ਰਹਿੰਦੇ ਨੇ। ਮੈਂ ਡਾਇਰੈਕਟ ਐਡੀਸ਼ਨਲ ਆਇਆ ਸੀ, ਸਾਡੀ ਕੁਝ ਸੋਚ ਹੋਰ ਹੈ। ਸਾਨੂੰ ਸਮਾਜ ਕਿਤੇ ਰੋਕਦਾ ਨਹੀਂ ਹੈਗਾ ਕਿ ਤੁਸੀਂ ਕਿਤੇ ਨਹੀਂ ਜਾਣਾ, ਕਾਨੂੰਨ ਵੀ ਨਹੀਂ ਰੋਕਦਾ, ਬਟ ਐਟ ਦੀ ਸੇਮ ਟਾਈਮ ਪ੍ਰੋਟੋਕਾਲ ਕਹਿ ਲਓ, ਸਮਾਜਿਕ ਬੰਧਨ ਕਹਿ ਲਓ, ਜਾਂ ਇਹ ਕਹਿ ਲਓ ਕਿ ਕੰਮ ਕੀ ਮਾੜਾ ਹੈਗਾ। ਕੰਮ ਮਾੜਾ ਹੈਗਾ ਕਰਪਸ਼ਨ ਕਰਨੀ, ਕਿਸੇ ਨੂੰ ਗਲਤ ਰਿਮਾਰਕਸ ਦੇਣੇ, ਕਿਸੇ ਨੂੰ ਗਲਤ ਵਿਵਹਾਰ ਕਰਨਾ। ਜੇਕਰ ਅਸੀਂ ਇਹ ਵਿਵਹਾਰ ਕਰਦੇ ਹਾਂ ਤਾਂ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੈ। ਜੇਕਰ ਵਿਦਿਨ ਲਿਮਿਟੇਸ਼ਨ ਤੁਸੀਂ ਜਿੱਥੇ ਮਰਜ਼ੀ ਘੁੰਮੋ, ਕੋਈ ਵਿਆਹ ਸ਼ਾਦੀ ਜਾਓ, ਕਿਸੇ ਨਾਲ ਫੰਕਸ਼ਨ ਅਟੈਂਡ ਕਰੋ, ਐਸਾ ਕੋਈ ਕਾਨੂੰਨ ਤੁਹਾਨੂੰ ਰੋਕਦਾ ਨਹੀਂ ਹੈਗਾ। ਪਰ ਰੁਕਣਾ ਕਿੱਥੋਂ? ਬੁਰੇ ਕੰਮ ਤੋਂ। ਬੁਰੇ ਕੰਮ ਕਰਨੇ ਆ। ਇੱਕ ਜੱਜ ਸਾਹਿਬ ਦੇਖੀਏ, ਜਿਹੜੀ ਜਿਵੇਂ ਹੁਣ ਤੁਸੀਂ ਸ਼ੁਰੂਆਤ ਕਰਤੀ ਹੈ, ਵਕਾਲਤ ਸ਼ੁਰੂ ਕਰਤੀ ਹੈ ਕਿ ਬਹੁਤ ਸਾਰੇ ਲੋਕ ਤੁਹਾਡੇ ਕੋਲ ਆਉਣਗੇ ਵੀ। ਇੱਕ ਲੋਕਾਂ ਦੇ ਦਿਮਾਗ 'ਚ ਸਿੱਧੇ ਤੌਰ 'ਤੇ ਜਾਂਦਾ ਜਦੋਂ ਕੋਈ ਜੁਡੀਸ਼ਰੀ ਦੇ ਵਿੱਚੋਂ ਕੋਈ ਬੰਦਾ ਛੱਡ ਕੇ ਵਕਾਲਤ ਸ਼ੁਰੂ ਕਰਦਾ ਕਿਸੇ ਵੀ ਅਹੁਦੇ ਤੋਂ ਹੋਵੇ, ਤਾਂ ਉਹਨਾਂ ਨੂੰ ਲੱਗਦਾ ਹੁੰਦਾ ਵੀ ਕਿਤੇ ਇਹ ਜ਼ਿਆਦਾ ਇਫੈਕਟਿਵ ਰਹੂਗਾ, ਜਿਵੇਂ ਕੋਈ ਤੁਹਾਨੂੰ ਅੱਗੇ ਵਕੀਲ ਚਾਹੁੰਦਾ ਹੋਣਾ। ਇਹ ਚੀਜ਼ ਦਾ ਫਾਇਦਾ ਮਿਲਦਾ ਹੈ ਕਿ ਆਖਰਕਾਰ ਜਿਹੜਾ ਫਾਰਮਰ ਜਸਟਿਸ ਹੈਗਾ ਉਹਨੂੰ ਪਤਾ ਹੁੰਦਾ ਵੀ ਆਖਰਕਾਰ, ਕਿਉਂਕਿ ਉਹ ਜੱਜ ਦੀ ਕੁਰਸੀ 'ਤੇ ਬਹਿ ਕੇ ਵੀ ਦੇਖਿਆ ਜਾਂ ਤੇ ਵਕਾਲਤ ਦੇ ਵਿੱਚ ਉਹ ਪਹਿਲਾਂ ਵੀ ਸੀ ਜਾਂ ਆ ਗਿਆ ਉਹ ਦੁਬਾਰੇ। ਇਹ ਚੀਜ਼ ਬਾਕੀ ਵਕੀਲਾਂ ਨਾਲੋਂ ਉਹਦੇ ਕੋਲ ਸੋਚ ਸਮਝ ਅਤੇ ਫੈਕਟਸ ਜ਼ਿਆਦਾ ਹੁੰਦੇ ਆ। ਇਹਦੇ ਵਿੱਚ ਕੋਈ ਅੱਤ ਕਥਨੀ ਨਹੀਂ ਹੈਗੀ। ਜੋ ਮੈਂ ਕੰਮ ਕੀਤਾ ਜਾਂ ਜਿਸ ਜੱਜ ਨੇ ਜਿਹੜਾ ਕੰਮ ਕੀਤਾ ਉਹਦੇ ਵਿੱਚ ਉਹਨੂੰ ਨਿਪੁੰਨਤਾ ਤਾਂ ਹੈਗੀ ਹੈ। ਜਿਵੇਂ IPC ਕੇਸ ਹੈ, ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਹੈਗਾ, ਸਿਵਲ ਤੇ ਕ੍ਰਿਮੀਨਲ ਮੈਟਰਸ ਹੈਗੇ ਨੇ, ਅਸੀਂ ਕੀਤੇ ਹੈਗੇ ਨੇ। ਫੋਰ ਐਗਜ਼ਾਮਪਲ ਮੈਂ ਆਈ ਬਿਲੋਂਗ ਟੂ ਬੇਸਿਕਲੀ ਬਰਨਾਲਾ। ਬਰਨਾਲੇ ਸਾਡੇ ਲੈਂਡ ਐਕੁਜੀਸ਼ਨ ਦਾ ਕੰਮ ਨਹੀਂ ਸੀਗਾ, ਔਰ ਮੈਂ ਜਦੋਂ ਪਹਿਲੀ ਵਾਰੀ ਪੋਸਟਿੰਗ ਬਠਿੰਡੇ ਹੋਈ ਤਾਂ ਲੈਂਡ ਐਕੁਜੀਸ਼ਨ ਦਾ ਮੇਰੇ ਕੋਲ ਮੈਟਰ ਆ ਗਿਆ। ਸੋ ਸਮਟਾਈਮ ਸਾਨੂੰ ਜਦੋਂ ਉਹ ਕੰਮ ਨਹੀਂ ਕੀਤਾ ਹੁੰਦਾ ਤਾਂ ਡਿਫੀਕਲਟੀ ਆਉਂਦੀ ਹੈ। ਤਾਂ ਉਹਦੇ ਵਿੱਚ ਮੈਨੂੰ ਥੋੜ੍ਹੀ ਡਿਫੀਕਲਟੀ ਆਈ ਤਾਂ ਮੈਨੂੰ ਸਾਰਾ ਕੁਛ ਉੱਦਾਂ ਹੀ ਪੜ੍ਹਨਾ ਪਿਆ ਜਿਵੇਂ ਰਾਹ ਬੰਦਾ ਉਹਨੂੰ ਟੱਚ ਕਰਦਾ ਹੈਗਾ। ਸੋ ਜਿਹੜੇ ਅਸੀਂ ਪ੍ਰੋਫੈਸ਼ਨ ਦੇ ਤੌਰ 'ਤੇ ਟੱਚ ਕਰ ਗਏ ਸਬਜੈਕਟ, ਸਾਡੇ 'ਚ ਉਹਨਾਂ 'ਚ ਨਿਪੁੰਨਤਾ ਤਾਂ ਕੁਝ ਨਾ ਕੁਝ ਹੱਦ ਤੱਕ ਹੈਗੀ ਆ। ਤੇ ਜਿਹੜੇ ਵਕੀਲ ਨੇ ਕਦੇ ਇਹ ਨਹੀਂ ਦੇਖਿਆ ਕਿ ਰਿਮਾਂਡ ਕਿਵੇਂ ਦੇਣਾ, ਬੇਲ ਕਿਵੇਂ ਕਰਨੀ ਆ, IPC ਕਿਵੇਂ ਲਾਗੂ ਕਰਨੀ ਆ। ਸੋ ਇਹ ਕੁਝ ਨਾ ਕੁਝ ਫਰਕ ਤਾਂ ਹੈਗਾ ਹੀ ਆ। ਕਿ ਹੁਣ ਵੀ ਮੇਰੇ ਕੋਲੇ ਜਿਸ ਜ਼ਿਲ੍ਹੇ 'ਚ ਮੈਂ ਰਿਹਾ ਪੰਜਾਬ ਦੇ ਕਰੀਬ 80% ਜ਼ਿਲ੍ਹਾ ਮੈਂ ਬਤੌਰ ਜੱਜ ਕੱਢਿਆ। ਬਰਨਾਲਾ ਮੇਰਾ ਆਪਣਾ ਸ਼ਹਿਰ ਹੈਗਾ। ਸੋ ਉਹ ਲੋਕੀ ਉਸ ਜ਼ਿਲ੍ਹੇ 'ਚੋਂ ਖੁਸ਼ੀ ਮਨਾਉਂਦੇ ਨੇ ਕਿ ਜਿਹੜੇ ਜੱਜ ਸਾਹਿਬ ਸਾਕ ਕਰਨੈਲ ਸਿੰਘ ਇੱਥੇ ਸੀਗੇ, ਅੱਜ ਉਹ ਵਕਾਲਤ ਕਰਦੇ ਨੇ। ਹੈਪੀਲੀ ਮੇਰੇ ਕੋਲ ਕੰਮ ਲੈ ਕੇ ਆਪਣੇ ਆਪ ਹੀ ਆ ਰਹੇ ਨੇ। ਜਿਵੇਂ ਕਪੂਰਥਲਾ, ਅੰਮ੍ਰਿਤਸਰ, ਬਠਿੰਡਾ, ਇਹ ਸਾਰੇ ਮਾਣ ਮਹਿਸੂਸ ਕਰਦੇ ਕਿ ਉਹਨਾਂ ਕੋਲ ਚੱਲੇ ਆ। ਤੇ ਇਹ ਮੇਰੀ ਸ਼ੁਰੂ ਤੋਂ ਸੀਗੀ ਕਿ ਮੈਂ ਨਿਮਰਤਾ ਰੱਖੀ ਆ, ਕਿਸੇ ਨੂੰ ਗਰੀਬ ਨੂੰ ਜਾਂ ਅਮੀਰ ਨੂੰ ਪਰੇਸ਼ਾਨ ਨਹੀਂ ਕੀਤਾ ਹੈਗਾ। ਹਾਂ, ਪਰੇਸ਼ਾਨ ਜ਼ਰੂਰ ਇਸ ਗੱਲ 'ਤੇ ਕੀਤਾ ਹੈਗਾ ਕਿ ਜੇਕਰ ਕਾਨੂੰਨ ਦੀ ਉਲੰਘਣਾ ਕਰਦਾ। ਮੈਂ ਇੱਕ ਗੱਲ ਕਹੂੰਗਾ ਕਿ 304A ਦੇ ਵਿੱਚ ਬੰਦਾ ਡੈਥ ਹੋ ਗਿਆ। ਮੈਥੋਂ ਪਹਿਲਾਂ ਜੱਜ ਸਾਹਿਬ ਸਰਦਾਰ ਕੁਲਾਰ ਸਾਹਿਬ ਰਹੇ ਨੇ, JS ਕੁਲਾਰ, ਉਹਨਾਂ ਨੇ ਕਲੇਮ ਪਾਤਾ ਕੋਈ 5-6 ਲੱਖ ਦਾ। ਤੇ ਮੈਂ ਉਹਨਾਂ ਦੇ ਬਾਅਦ ਉੱਥੇ ਜ਼ਿਲ੍ਹੇ 'ਚ ਗਿਆ ਤਾਂ ਉਹ ਜ਼ਿਲ੍ਹੇ ਵਾਲੇ ਉੱਥੇ ਪੈਸੇ ਲੈਣੇ ਸੀਗੇ। ਬੱਸ ਥੱਲੇ ਬੰਦਾ ਆਇਆ ਤੇ ਪੇਮੈਂਟ ਨਹੀਂ ਸੀ ਕਰ ਰਿਹਾ। ਤਾਂ ਅਲਟੀਮੇਟਲੀ ਮੈਂ ਫਾਈਂਡ ਆਊਟ ਕੀਤਾ ਤਾਂ ਮੈਂ ਉਹਨੂੰ ਬੰਦਾ ਖੜਾ ਕਰ ਲਿਆ। ਇਹ ਵੀ 2 ਵਜ ਗਏ ਆ, ਤੇਰੇ ਵੱਲ 6 ਲੱਖ ਰੁਪਈਆ ਹੈਗਾ, ਜਾਂ ਤਾਂ 3 ਲੱਖ ਰੁਪਈਆ 3 ਵਜੇ ਤੱਕ ਪੇ ਕਰ ਦੇ, ਜਾਂ 4 ਵਜੇ ਤੱਕ ਬੱਸ ਖੜੀ ਕਰ ਦੇ। ਤੇ ਜੇ ਤੂੰ ਨਹੀਂ ਕੁਛ ਕਰਨਾ ਤਾਂ ਗਲਤ ਪਾਵਰ ਆਫ ਅਟਾਰਨੀ ਮੁਖਤਿਆਰਨਾਮਾ ਦਿੱਤਾ ਗਾ, ਬੱਸ ਤੇਰੇ ਨਾਲ ਹੀ ਹੈਗੀ ਆ ਤੇ ਹੱਥਕੜੀ ਨੂੰ ਤਿਆਰੀ ਕਰ ਲੈ, ਮੈਂ ਤੈਨੂੰ ਪਰਚਾ ਦਰਜ ਕਰੂੰਗਾ। ਸੋ 3 ਆਪਸ਼ਨਾਂ ਦਿੱਤੀਆਂ ਜ਼ਿਲ੍ਹੇ 'ਚ ਤੇ ਮੇਰੇ ਕੋਲ 3 ਵਜੇ ਦਿਨ 2 ਲੱਖ ਰੁਪਈਆ ਉਹਦੀ ਧਰਤਾ ਟੇਬਲ 'ਤੇ ਆ ਗਿਆ, ਔਰ ਬਾਕੀ 2 ਮਹੀਨਿਆਂ ਬਾਅਦ ਪੂਰੀ ਪੇਮੈਂਟ ਕਰ ਦਿੱਤੀ ਹੈਗੀ ਆ। ਸੋ ਕਈ ਵਾਰੀ ਇਹ ਪ੍ਰਸ਼ਾਸਕੀ ਕਹਿ ਲਓ ਜਾਂ ਨਿਆਂਪਾਲਿਕਾ ਕਹਿ ਲਓ, ਇਕੱਲੀ ਨਰਮੀ ਨਾਲ ਨਹੀਂ ਚੱਲਦੀ, ਥੋੜ੍ਹੇ ਇਫੈਕਟਿਵ ਕਰ। ਇੱਕ ਮੈਂ ਗੱਲ ਤੁਹਾਨੂੰ ਜ਼ਰੂਰ ਕਹਿਣੀ ਚਾਹੂੰਗਾ ਕਿ ਜੇਮਜ਼ ਪਹਿਲਾ ਇੰਗਲੈਂਡ ਦਾ ਬਾਦਸ਼ਾਹ ਹੋਇਆ ਤਾਂ ਉਸ ਸਮੇਂ ਐਡਵਰਡ ਕੋਕ ਚੀਫ ਜਸਟਿਸ ਉੱਥੇ ਦੇ ਸੀਗੇ ਇੰਗਲੈਂਡ ਦੇ। ਤਾਂ ਉਹਨਾਂ ਨੇ ਕਿਸੇ ਉਸ ਰਾਜੇ ਨੂੰ, ਜੇਮਜ਼ ਪਹਿਲੇ ਨੂੰ ਸਜ਼ਾ ਕੀਤੀ। ਤਾਂ 1990 ਦੇ ਵਿੱਚ ਆਪਣੀ ਭਾਰਤੀ ਸੁਪਰੀਮ ਕੋਰਟ ਮਾਨਯੋਗ ਨੇ ਸਟੇਟ ਆਫ ਹਰਿਆਣਾ ਵਰਸਸ ਚੀਫ ਮਿਨਿਸਟਰ ਭਜਨ ਲਾਲ, ਉਹਦੇ ਕੇਸ ਦੇ ਵਿੱਚ ਇੱਕ ਲਫ਼ਜ਼ ਵਰਤਿਆ ਸੀਗਾ। ਅੱਜ ਮੈਂ ਤੁਹਾਡੇ ਚੈਨਲ ਦੇ ਵਿੱਚ ਉਹ ਕਹਿਣਾ ਚਾਹੂੰਗਾ। ਉਹਨਾਂ ਨੇ ਲਿਖਿਆ, ਸੁਪਰੀਮ ਕੋਰਟ ਮਾਨਯੋਗ ਨੇ ਆਪਣੀ ਨੇ, ਕਿ
ਜੇਮਜ਼ ਪਹਿਲੇ ਨੇ ਸਜ਼ਾ ਕਰਨ ਮੌਕੇ ਐਡਵਰਡ ਕੋਕ ਚੀਫ ਜਸਟਿਸ ਨੇ ਲਫ਼ਜ਼ ਲਿਖਿਆ ਸੀਗਾ ਕਿ ਰਾਜਾ ਜਨਤਾ ਦੇ ਉੱਪਰ ਤਾਂ ਹੈ, ਬਟ ਰਾਜਾ ਕਿੰਗ ਇਜ਼ ਨਾਟ ਅਬਵ ਦੀ ਗੋਡ ਐਂਡ ਦੀ ਲਾ ਆਫ ਲੈਂਡ, ਕਿ ਕਾਨੂੰਨ ਤੋਂ ਬਾਹਰ ਨਹੀਂ ਤੇ ਰੱਬ ਤੋਂ ਬਾਹਰ ਨਹੀਂ, ਜਨਤਾ ਦੇ ਭਾਵੇਂ ਉੱਪਰ ਹੈਗਾ। ਸੋ ਉਸ ਕਰਕੇ ਜੇਮਜ਼ ਪਹਿਲੇ ਨੂੰ ਵੀ ਸਜ਼ਾ ਕੀਤੀ ਔਰ ਭਾਰਤੀ ਸੁਪਰੀਮ ਕੋਰਟ ਮਾਨਯੋਗ ਨੇ ਚੀਫ ਮਿਨਿਸਟਰ ਭਜਨ ਲਾਲ ਦੇ ਖਿਲਾਫ ਵੀ ਉਹਦੇ ਵਿੱਚ ਕਰਪਸ਼ਨ ਦਾ ਮੈਟਰ ਸੀਗਾ, ਉਹਦੇ ਵਿੱਚ ਵੀ ਉਹਦੀ ਨਹੀਂ ਸੁਣੀ ਕਿ ਚੀਫ ਮਿਨਿਸਟਰ ਹੋਵੇਗਾ, ਕਿਆ ਬਾਤ ਹੈ, ਅਸੀਂ ਕਾਨੂੰਨ ਦੇ ਵਿੱਚ ਉੱਪਰ ਹੈਗੇ ਹਾਂ। ਸੋ ਇਸ ਕਰਕੇ ਕਾਨੂੰਨ ਆਪਣੀ ਜਗ੍ਹਾ ਹੈਗਾ। ਸੋ ਇਹ ਸਾਨੂੰ ਕਾਨੂੰਨ ਦੇ ਮੁਤਾਬਕ ਆਪਣੇ ਆਪ ਨੂੰ ਉੱਚਾ ਵੀ ਉੱਠਣਾ ਚਾਹੀਦਾ, ਕਾਨੂੰਨ ਦੀ ਆਗਿਆ ਵੀ ਮੰਨਣੀ ਚਾਹੀਦੀ ਹੈ। ਜਿੱਥੇ ਸਾਨੂੰ ਲਾਭ ਪਰਮਿਟ ਨਹੀਂ ਕਰਦਾ ਉਸ ਗੱਲ ਤੋਂ ਸਾਨੂੰ ਗਰੇਜ ਕਰਨਾ ਚਾਹੀਦਾ ਹੈ। ਇੱਕ ਲਾਸਟ ਇਹਨਾਂ ਦੱਸ ਦਿਓ ਕਿ ਹੁਣ ਜੇ ਜਿਹਨੂੰ ਅੱਗੇ ਕਦੇ ਤੁਹਾਨੂੰ ਸਜ਼ਾ ਸੁਣਾਈ ਹੋਈ ਉਹੀ ਆ ਗਿਆ ਅੱਗੇ ਛੁੱਟਣ ਵਾਸਤੇ, ਫਿਰ ਵਕੀਲ ਸਾਹਿਬ ਕਰਨਗੇ ਉਹਦੀ ਵਕਾਲਤ? ਜਿਸ ਬੰਦੇ ਨੂੰ ਮੈਂ ਕੋਰਟ ਦੇ ਵਿੱਚ ਡੀਲ ਕੀਤਾ ਉਹਨੂੰ ਪ੍ਰੋਟੋਕਾਲ ਦੇ ਮੁਤਾਬਕ ਮੈਂ ਉਹਨੂੰ ਡੀਲ ਨਹੀਂ ਕਰ ਸਕਦਾ। ਮੇਰੇ ਕੋਲੇ ਕਈ ਆਏ ਨੇ। ਅੱਛਾ, ਨਹੀਂ ਉਹਨੂੰ ਕਰ ਨਹੀਂ ਸਕਦੇ? ਨਹੀਂ ਕਰ ਸਕਦੇ। ਜਿਸ ਤਰ੍ਹਾਂ ਮਿਸਟਰ ਅਮਰਜੀਤ ਸਿੰਘ ਹੈਗਾ, ਉਹਦਾ ਮੁਕਤਸਰ ਦੇ ਵਿੱਚ ਪਿੰਡ ਆ, ਮੈਂ ਉਮਰ ਕੈਦ ਕੀਤੀ ਹੈਗੀ ਆ ਤੇ ਮੈਂ ਨਹੀਂ ਕਰ ਸਕਦਾ। ਬਲਰਾਜ ਤਪਾ ਮੁਲਾਜ਼ਮ ਮਲੋਟ ਦਾ ਹੈਗਾ, ਉਮਰ ਕੈਦ ਕੀਤੀ ਆ, ਉਹ ਇੱਥੇ ਉਹਦਾ ਕੋਈ ਰਿਸ਼ਤੇਦਾਰ ਵਕੀਲ ਕਰਾ ਰਿਹਾ, ਉਹ ਛੁੱਟੀ ਤੇ ਆਇਆ ਸੀਗਾ, ਉਹ ਮੈਨੂੰ ਮਿਲਿਆ ਤੇ ਮੈਨੂੰ ਕਹਿੰਦਾ ਜੀ ਮੈਂ ਤੁਹਾਡੇ ਸਜ਼ਾ ਕਰਕੇ ਵਕੀਲ ਹੁਣ ਹੋਰ ਕਰ ਰਿਹਾ। ਮੈਂ ਕਿਹਾ ਵੀ ਕਰ ਲੈ। ਮੈਂ ਉੱਠ ਕੇ ਪਰੇ ਹੋ ਗਿਆ, ਮੇਰਾ ਹੁਣ ਕੰਮ ਨਹੀਂ ਹੈਗਾ। ਤੋ ਉਹ ਵਕੀਲ ਨੇ ਜ਼ਰੂਰ ਹੱਸ ਕੇ ਕਿਹਾ ਵੀ ਜੱਜ ਸਾਹਿਬ ਨੂੰ ਪੁੱਛ ਲਾ ਕੋਈ ਘੁੰਡੀ ਹੋਵੇ ਵੀ ਤੂੰ ਕਿਵੇਂ ਉਮਰ ਕੈਦ ਤੋਂ ਬਚ ਸਕਦਾ। ਸੋ ਇਸ ਤਰ੍ਹਾਂ ਹੈਗਾ। ਜਲੰਧਰ ਦੀ NDPS ਦਾ ਕੇਸ ਹੈਗੇ ਨੇ। ਮੈਂ 2005 ਵਿੱਚ ਲਾਈਫ ਕੈਪੀਟਲ ਪਨਿਸ਼ਮੈਂਟ ਅਵਾਰਡ ਕੀਤੀ ਹੈਗੀ ਆ, ਡੈਥ ਸੈਂਟੈਂਸ, ਉਹ ਸੁਪਰੀਮ ਕੋਰਟ ਤੱਕ ਕਨਫਰਮ ਰਹੀ ਆ। ਇੱਕ ਬੰਦੇ ਨੂੰ ਹੋਰ ਯੂਪੀ ਦਾ ਸੀ ਤੇ ਜਲੰਧਰ ਦੇ ਵਿੱਚ ਹੀ, ਉਹਨੂੰ ਮੈਂ ਟਿਲ ਡੈਥ ਆਰਡਰ ਕੀਤਾ, ਉਹ ਉੱਦਾਂ ਹੀ ਕਾਇਮ ਹੈਗੀ ਆ। ਸੋ ਬਹੁਤ ਸਾਰੇ ਕੇਸ ਹੈਗੇ ਨੇ ਜਿਹੜੇ ਮੇਰੇ ਜਵਾਨੀ ਵੀ ਯਾਦ ਨੇ ਅੱਜ ਵੀ। ਕਦੇ ਸ਼ਿਕਵਾ ਹੋਇਆ ਵੈਸੇ ਜਦੋਂ ਤੁਸੀਂ ਇੰਨੀ ਸਖਤ ਸਜ਼ਾਵਾਂ ਕਿਸੇ ਨੂੰ ਦਿੰਦੇ ਹੋ ਇਸ ਚੀਜ਼ ਨੂੰ ਲੈ ਕੇ ਖੁਦ ਤੇ? ਕਿਉਂਕਿ ਆਮ ਤੌਰ ਤੇ ਜਦੋਂ ਆਪਾਂ ਦੇਖਦੇ ਹਾਂ ਸਾਹਮਣੇ ਕਈ ਵਾਰ ਪਤਾ ਹੁੰਦਾ ਬੰਦਾ ਮਾੜਾ ਹੈ, ਪਰ ਆਪਾਂ ਉਹਦੇ ਨਾਲ ਖੁਦ ਕਈ ਵਾਰ ਸੋਚਦੇ ਹਾਂ ਵੀ ਯਾਰ ਮੈਂ ਇਹ ਨਾ ਕਰਾਂ ਵੀ ਇਹ ਜਿੰਨੇ ਮਾੜਾ ਸੀਗਾ। ਕਦੇ ਕਿਸੇ ਚੀਜ਼ ਨੂੰ ਲੈ ਕੇ ਹੋਇਆ ਸ਼ਿਕਵਾ ਇਸ ਚੀਜ਼ ਨੂੰ ਵੀ ਤੁਸੀਂ ਸਖਤ ਸਜ਼ਾਵਾਂ ਸੁਣਾਈਆਂ? ਸ਼ਿਕਵਾ ਸਜ਼ਾ ਕਰਨ ਦਾ ਨਹੀਂ ਹੁੰਦਾ। ਸ਼ਿਕਵਾ ਇਹ ਹੈਗਾ ਕਿ ਜੇ ਬੰਦਾ ਕਾਨੂੰਨ ਦੇ ਦਾਇਰੇ ਚੋਂ ਨਿਕਲ ਜਾਂਦਾ, ਸਾਨੂੰ ਬਰੀ ਕਰਨਾ ਪੈਂਦਾ, ਉਹਦਾ ਸਾਨੂੰ ਸ਼ਿਕਵਾ ਜ਼ਰੂਰ ਹੈਗਾ। ਜਿਸ ਤਰ੍ਹਾਂ ਇੱਕ ਜ਼ਿਲ੍ਹੇ ਦੇ ਵਿੱਚ ਨੂੰਹ ਤੇ ਪੁੱਤ ਨੇ ਮਾਂ ਮਾਰਤੀ ਤਾਂ ਮੈਨੂੰ ਇਹ ਹੋ ਗਿਆ ਵੀ ਇਹ ਸਜ਼ਾ ਦੇ ਕਾਬਿਲ ਨੇ ਜੇਕਰ ਪ੍ਰੂਫ ਆ ਗਿਆ। ਪਰੰਤੂ ਕੰਪਲੇਨੈਂਟ ਕੌਣ ਸੀ? ਵੱਡਾ ਪੁੱਤਰ। ਉਦੋਂ ਦਾ ਗਵਾਹ ਸੀ ਦੂਜਾ ਪੁੱਤਰ। ਤੇ ਬਬਲੀ, ਟਿੰਕੂ, ਮਿੰਕੂ ਤਿੰਨੇ ਨਾਂ ਰੱਖੇ ਵੇ ਮਾਂ ਨੇ, ਤੇ ਮਾਂ ਹੈਡ ਟੀਚਰ, ਤੇ ਉਹਨਾਂ ਨੇ ਸੁੱਟ ਕੇ ਦੋਨੇ ਘਰ ਵਾਲੀ ਤੇ ਘਰ ਵਾਲੇ ਮੁੰਡੇ ਨੇ ਉਹਨੂੰ ਨਹਿਰ 'ਚ ਸੁੱਟਤਾ ਤੇ ਡੈੱਡ ਬੋਡੀ ਬਾਅਦ 'ਚ ਮਿਲ ਗਈ ਆ। ਉਹ ਜਿੱਦਣੇ ਮੇਰੇ ਕੋਰਟ 'ਚ ਪੇਸ਼ ਹੋਏ ਤਾਂ ਦੋਨੋਂ ਭਰਾ ਹੀ ਮੁੱਕਰ ਗਏ ਤੇ ਮੈਂ ਉਹਦੇ 'ਚ ਕੀ ਕਰ ਸਕਦਾ। ਤਾਂ ਮੈਂ ਅਖੀਰ ਨੂੰ ਇੰਨੀ ਗੱਲ ਹੀ ਕਿਹਾ, ਮੈਂ ਕਿਹਾ ਤੁਸੀਂ, ਮੈਂ ਕਾਨੂੰਨ ਦੇ ਮੁਤਾਬਕ ਪੇਪਰਾਂ 'ਚ ਮੈਂ ਤੁਹਾਨੂੰ ਬਰੀ ਕਰ ਰਿਹਾ, ਬਟ ਤੁਹਾਨੂੰ ਸਮਾਜ, ਜਿਸ ਸਮਾਜ ਦੇ ਵਿੱਚੋਂ ਤੁਸੀਂ ਜਿਉਂਦੇ ਹੋ, ਰਹਿੰਦੇ ਹੋ, ਤੁਹਾਡਾ ਆਲਾ ਦੁਆਲਾ ਨੂੰ ਪਤਾ ਕਿ ਮੇਰੀ ਇਹ ਨੂੰਹ ਤੇ ਮੁੰਡੇ ਨੇ ਮਾਂ ਮਾਰੀ ਸੀ, ਤੁਹਾਨੂੰ ਸਮਾਜ ਕਦੇ ਮਾਫ਼ ਨਹੀਂ ਕਰੂਗਾ, ਪੇਪਰ ਭਾਵੇਂ ਮਾਫ਼ ਕਰ ਰਹੇ ਨੇ। ਇਵੇਂ ਜਿਵੇਂ ਕਪੂਰਥਲੇ ਵੀ ਸੀਗਾ, ਕੁੜੀ ਸੀਗੀ ਘਰੋਂ ਚਲੀ ਗਈ ਤੇ ਉਹਨਾਂ ਨੇ ਪਰਿਵਾਰ ਨੇ ਮਾਰ ਦਿੱਤੀ ਤੇ ਮੇਰੇ ਕੋਰਟ 'ਚ ਪੇਸ਼ ਹੋਏ। ਮਾਂ ਕਹੇ ਇਹ ਸਾਡੀ ਕੁੜੀ ਦੀ ਫੋਟੋ ਨਹੀਂ ਹੈ, ਭਰਾ ਵੀ ਕਹਿਣ ਫੋਟੋ ਨਹੀਂ ਹੈ। ਅਲਟੀਮੇਟਲੀ ਪੇਪਰ ਐਵੀਡੈਂਸ ਦੀ ਕਮਜ਼ੋਰੀ, ਮੈਨੂੰ ਉਹਨੂੰ ਛੱਡਣਾ ਪਿਆ। ਜੋ ਛੱਡਿਆ, ਆਹੀ ਸ਼ਬਦ ਮੈਂ 2010 ਵਿੱਚ ਉਹਨਾਂ ਨੂੰ ਕਹੇ ਕਿ ਤੁਸੀਂ ਕੁੜੀ ਮਾਰਤੀ, ਛੁੱਟਤੀ, ਜੋ ਵੀ ਹੋ ਗਿਆ ਮੈਂ ਵਰੀ ਕਰ ਰਿਹਾ, ਪਰ ਬੀਬਾ ਤੇਰੀ ਧੀ ਸੀ, ਤੇਰੀ ਭੈਣ ਸੀ। ਤੇਰਾ ਪਿਓ ਨੂੰ ਕਿਹਾ, ਪਰ ਤੁਹਾਨੂੰ ਸਮਾਜ, ਤੁਹਾਡਾ ਆਲਾ ਦੁਆਲਾ, ਜਿਸ ਜ਼ਿਲ੍ਹੇ 'ਚ ਤੁਸੀਂ ਪਿੰਡ 'ਚ ਰਹਿੰਦੇ ਹੋ, ਉਹ ਤੁਹਾਡਾ ਪਿੰਡ ਘੱਟੋ ਘੱਟ 20-30 ਕਿਲੋਮੀਟਰ ਤੱਕ ਇਹ ਨਹੀਂ ਮੰਨੂਗਾ ਕਿ ਤੁਸੀਂ ਵਰੀ ਹੋ ਗਏ, ਤੁਹਾਨੂੰ ਇਹ ਕਹੇਗਾ ਕਿ ਧੀ ਮਾਰੀ ਇਹਨਾਂ ਨੇ। ਸੋ ਇਸ ਕਰਕੇ ਨਾ ਉਹਨਾਂ ਅੱਗੇ ਨਾ ਦੁੱਖ ਲੱਗਦਾ ਵੀ ਅਸੀਂ ਕਾਨੂੰਨ 'ਚ ਰਹਿ ਕੇ ਕੁਝ ਕਰ ਨਹੀਂ ਸਕਦੇ, ਸਾਡੇ ਸਾਹਮਣੇ ਪਤਾ ਕਿਹਨੇ ਮਾਰੀ ਹੈਗੀ ਆ। ਸੋ ਬਾਕੀ ਸਜ਼ਾ ਕਰਨਾ, ਜੇ ਸਾਨੂੰ ਲੱਗਦਾ ਪੇਪਰਾਂ ਮੁਤਾਬਕ ਸਬੂਤ ਹੈਗਾ ਇਹਨੇ ਮਾਰੀ ਹੈਗੀ ਆ, ਗਵਾਹ ਗਵਾਹੀ ਦੇ ਕੇ ਗਏ ਨੇ, ਸਾਨੂੰ ਕੋਈ ਅਫਸੋਸ ਨਹੀਂ ਹੁੰਦਾ। ਅਸੀਂ ਬੈਠੇ ਕਾਹਦੇ ਵਾਸਤੇ ਆ? ਨਿਆਂਪਾਲਕ ਅੰਗ ਕਾਹਦਾ ਹੈਗਾ? ਕਾਰਜਪਾਲਿਕਾ, ਵਿਧਾਨਪਾਲਿਕਾ ਤੇ ਨਿਆਂਪਾਲਿਕਾ। ਨਿਆਂਪਾਲਿਕਾ ਨੇ ਜੇਕਰ ਕਾਰਜਪਾਲਿਕਾ ਦੇ ਪੁਲਿਸ ਰਾਹੀਂ ਸਾਡੇ ਕੋਲ ਮੁਜਰਮ ਪੇਸ਼ ਕੀਤਾ ਤੇ ਸਬੂਤ ਪੇਸ਼ ਕੀਤੇ ਆ, ਸਾਨੂੰ ਕੋਈ ਅਫਸੋਸ ਨਹੀਂ ਹੁੰਦਾ। ਮੈਂ ਤਾਂ ਕਦੇ ਅਫਸੋਸ ਨਹੀਂ ਫੀਲ ਕਰਦਾ ਹੈਗਾ।
ਬਿਲਕੁਲ, ਪਰ ਥੋੜੀ ਜਾਂਦੀਆਂ ਦੀਆਂ ਗੱਲਾਂ ਭਾਵੁਕ ਜ਼ਰੂਰ ਕਰ ਗਈ ਹੈ ਕਿ ਬਿਲਕੁਲ ਇਹ ਚੀਜ਼ ਜਦੋਂ ਦੇਖਣ ਨੂੰ ਮਿਲਦੀ ਹੈ ਤੇ ਇਹ ਗੱਲ ਇਹਨਾਂ ਨੇ ਠੀਕ ਕਹੀ ਕਿ ਕਈ ਵਾਰ ਕਾਨੂੰਨ ਤੋਂ ਛੁੱਟ ਕੇ ਬੰਦਾ ਆ ਜਾਂਦਾ, ਪਰ ਉਹ ਸਮਾਜ ਉਸ ਚੀਜ਼ ਨੂੰ ਨਹੀਂ ਅੱਗੇ ਫੋਲੋ ਵੀ ਨਹੀਂ ਕਰਦਾ ਤੇ ਮੰਨਦਾ ਵੀ ਨਹੀਂਗਾ। ਆਈ ਸਾਹਿਬ, ਜਦੋਂ ਤੁਸੀਂ ਇੰਨੇ ਕੇਸ ਵਿਚਾਰੇ ਨੇ, ਇੰਨੇ ਹਰ ਤਰ੍ਹਾਂ ਦਾ ਉੱਚਾ ਨੀਵਾਂ, ਕਤਲ, ਜ਼ਮੀਨਾਂ ਦੇ ਹੋਰ ਦੇ ਦੇਖੇ ਨੇ, ਇਹਨਾਂ ਸਾਰੀਆਂ ਦੇ ਵਿੱਚੋਂ ਜੇ ਨਿਚੋੜ ਕੱਢ ਕੇ ਤੁਸੀਂ ਦੇਖੀਏ, ਆਪਾਂ ਸਿਰਲੇਖ ਦੇਖੀਏ ਤਾਂ ਸਮਾਜਿਕ ਨਜ਼ਰੀਏ ਨੂੰ ਕੀ ਮੈਸੇਜ ਦੇ ਸਕਦੇ ਹੈਗੇ ਆ ਵੀ ਜਿਹੜੀ ਚੀਜ਼ ਦੀ ਤੁਹਾਨੂੰ ਲੱਗਦਾ ਵੀ ਆਖਰਕਾਰ ਇਹ ਚੀਜ਼ ਤਾਂ ਹੁੰਦੀ ਨਹੀਂ ਸੀ, ਉਰੇ ਕਿਵੇਂ ਬਦਲ ਗਈ ਆ? ਮੈਂ ਤੁਹਾਨੂੰ ਇੱਕ ਗੱਲ ਥੋੜੀ ਜਿਹੀ ਪਿੱਛੇ ਲੈ ਜਾਊਂਗਾ ਕਿ ਮੈਂ ਇੱਕ ਮਜ਼ਦੂਰ ਦਾ ਪੁੱਤਰ ਹਾਂ। ਮੇਰੇ ਪਿਤਾ ਸਰਦਾਰ ਸ਼ਾਮ ਸਿੰਘ ਨੇ ਜਦੋਂ ਆਪਣਾ ਬਚਪਨ ਗੁਜ਼ਾਰਿਆ ਤੇ ਅੱਗੇ ਜ਼ਿੰਦਗੀ ਗੁਜ਼ਾਰਨੀ ਸ਼ੁਰੂ ਕੀਤੀ, ਤਾਂ ਅੱਜ ਮੈਂ ਕਹੂੰਗਾ ਕਿ ਉਸ ਇਨਸਾਨ ਦੇ ਪਰਿਵਾਰ ਨੇ ਕਰੀਬ 5 ਕਰੋੜ ਰੁਪਈਆ ਇਨਕਮ ਟੈਕਸ ਦੇ ਰੂਪ ਵਿੱਚ ਸਰਕਾਰ ਨੂੰ ਦਿੱਤਾ। ਮੈਂ ਦੁਬਾਰਾ ਫਿਰ ਦੁਹਰਾਉਣਾ ਕਿ ਉਸ ਖੇਤ ਮਜ਼ਦੂਰ ਜਾਂ ਅਨਪੜ੍ਹ ਦੇ ਔਲਾਦ ਨੇ 5 ਕਰੋੜ ਰੁਪਈਆ ਸਰਕਾਰ ਨੂੰ ਇਨਕਮ ਟੈਕਸ ਦੇ ਰੂਪ ਵਿੱਚ ਦਿੱਤਾ ਹੈਗਾ। ਜੇਕਰ ਉਹ ਅਨਪੜ੍ਹ ਪਰਿਵਾਰ ਇਹ ਕੁਛ ਕਰ ਸਕਦਾ ਤਾਂ ਜਿਨ੍ਹਾਂ ਕੋਲੇ 100 ਏਕੜ ਜ਼ਮੀਨ ਆ, 200 ਏਕੜ ਜ਼ਮੀਨ ਆ ਜਾਂ ਖਾਨਦਾਨੀ ਆ, ਤਾਂ ਉਹਨਾਂ ਨੂੰ ਵੀ ਉਸੇ ਤਰ੍ਹਾਂ ਦੀ ਕੰਟਰੀਬਿਊਸ਼ਨ ਸਰਕਾਰ ਦੀ ਤਰੱਕੀ ਤੇ ਸਾਨੂੰ ਵਿਕਾਸ ਵਿੱਚ ਕਰਨੀ ਚਾਹੀਦੀ ਹੈ। ਅੱਜ ਸਾਡੇ ਪੰਜਾਬ ਦੇ ਵਿੱਚ ਪਾਣੀ ਵੀ ਮਾੜਾ, ਪੌਣ ਪਾਣੀ ਮਾੜਾ, ਧਰਤੀ ਦੀ ਕਿਤੇ ਚੈਕਿੰਗ ਕਰ ਲਓ, ਉਹਦੀ ਦੇਖ ਲਓ ਕਿ ਗੁਣਵੱਤਾ ਕਿੰਨੀ ਕੁ ਆ, ਉਹਦੇ ਵਿੱਚ ਕੀਟਨਾਸ਼ਕ ਦਵਾਈਆਂ ਕਿੰਨੀ ਪਰਸੈਂਟੇਜ ਹੈਗੀ ਆ, ਤਾਂ ਇੰਡੀਆ ਦੇ ਵਿੱਚ ਕਹਿੰਦੇ ਸਭ ਤੋਂ ਵੱਧ ਪੰਜਾਬ ਦੀ ਧਰਤੀ ਦੇ ਵਿੱਚ ਕੀਟਨਾਸ਼ਕ ਨੂੰ ਮਾਰਨ ਵਾਸਤੇ ਦਵਾਈਆਂ ਦੀ ਵਰਤੋਂ ਕੀਤੀ ਗਈ ਹੈਗਾ। ਪਿੱਛੇ ਜੇ ਇੱਕ ਚਾਵਲਾਂ ਦੇ ਉੱਤੇ ਰਾਈਸ ਬਾਰੇ ਬੋਲਿਆ ਗਿਆ ਸੀਗਾ, ਤਾਂ ਪੰਜਾਬ ਦੇ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮੋਗਾ, ਇਹਨਾਂ ਜ਼ਿਲ੍ਹਿਆਂ ਦੇ ਰਾਈਸ ਦੇ ਵਿੱਚ ਸਭ ਤੋਂ ਵੱਧ ਕੀਟਨਾਸ਼ਕ ਗੁਣਵੱਤਾ ਪਾਈ ਗਈ ਹੈਗੀ ਹੈ ਐਜ਼ ਕੰਪੇਅਰ ਟੂ ਅਦਰ ਪਾਰਟਸ ਆਫ ਦੀ ਕੰਟਰੀ। ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੂੰਗਾ ਕਿ ਸਾਨੂੰ ਆਪਣੀ ਜ਼ਮੀਰ ਨੂੰ ਥੋੜ੍ਹਾ ਜਿਹਾ ਉਭਾਰਨਾ ਚਾਹੀਦਾ, ਐਜੂਕੇਸ਼ਨ ਨੂੰ ਉੱਪਰ ਲੈ ਕੇ ਜਾਣਾ ਚਾਹੀਦਾ, ਐਜੂਕੇਸ਼ਨ ਦਾ ਲਾਹਾ ਲੈਣਾ ਚਾਹੀਦਾ। ਜੇਕਰ ਕਿ ਮੈਂ ਇੱਕ ਮਜ਼ਦੂਰ ਦਾ ਪੁੱਤਰ ਹੋ ਕੇ ਇੱਕ ਜ਼ਿਲ੍ਹਾ ਤੇ ਸੈਸ਼ਨ ਜੱਜ ਤੌਰ ਤੇ ਲੱਗ ਸਕਦਾ, ਜਾਂ ਉਹਦਾ ਪਰਿਵਾਰ 5 ਕਰੋੜ ਰੁਪਏ ਇਨਕਮ ਟੈਕਸ ਦੇ ਰੂਪ ਵਿੱਚ ਅੱਜ ਤੱਕ ਗੱਡੀਆਂ ਪਰਚੇਜ਼ ਕਰਨੀਆਂ, ਮਕਾਨ ਪਰਚੇਜ਼ ਕਰਨੇ, ਪ੍ਰੋਪਰਟੀ ਪਰਚੇਜ਼ ਕਰਨੀ, ਜਾਂ ਜੋ ਵੀ ਕਰਨਾ ਇੰਨਾ ਕੁਛ ਕਰ ਚੁੱਕਿਆ, ਤਾਂ ਸਾਨੂੰ ਬਾਕੀ ਲੋਕਾਂ ਨੂੰ ਵੀ ਸਾਨੂੰ ਇਹ ਤੋਂ ਸੇਧ ਲੈਣੀ ਚਾਹੀਦੀ ਹੈਗੀ ਆ। ਪਰੰਤੂ ਅੱਜ ਹੈ ਕੀ ਆ ਕਿ ਨੌਜਵਾਨ ਕੰਮ ਨਹੀਂ ਕਰ ਰਿਹਾ, ਔਰ ਗੁਣਵੱਤਾ ਧਰਤੀ ਦੀ ਘਟਦੀ ਜਾ ਰਹੀ ਹੈਗੀ ਆ, ਕੀਟਨਾਸ਼ਕ ਵਧਾਈ ਜਾ ਰਹੇ ਹਾਂ ਅਸੀਂ। ਔਰ ਇਹ ਅੱਜ ਜੇ ਕੋਈ ਅਤ ਕਥਨੀ ਨਹੀਂ, ਪੰਜਾਬ ਦੇ ਵਿੱਚ 75-80% ਲੋਕੀ ਕਣਕ ਕਿਹੜੀ ਖਾਂਦੇ ਨੇ? MP ਵਾਲੀ। ਅਸੀਂ ਆਪਣੀ ਪੈਦਾ ਕੀਤੀ ਧਰਤੀ 'ਚੋਂ ਕਣਕ ਵੀ ਨਹੀਂ ਖਾਂਦੇ, ਅਸੀਂ MP ਦੀ ਕਣਕ ਖਾ ਰਹੇ ਹਾਂ। ਕਾਰਨ ਕੀ? ਕਿ ਸਾਡੀ ਕਣਕ ਦੇ ਵਿੱਚ ਅੱਛੇ ਤੱਤ ਨਹੀਂ ਹੈਗੇ, MP ਦੀ ਇੱਕ ਅੱਛੇ ਤੱਤ ਹੈਗੇ ਨਹੀਂ। ਸੋ ਮੇਰਾ ਇਹ ਕਹਿਣਾ ਕਿ ਤੁਸੀਂ ਆਪਣੇ ਆਪ ਨੂੰ ਲਿਵਿੰਗ ਸਟੈਂਡਰਡ ਉੱਚਾ ਚੱਕਣ ਦੀ ਬਜਾਏ ਆਪਣੀ ਸੋਚ ਨੂੰ ਵੀ ਉੱਚੀ ਚੱਕੋ, ਔਰ ਧਰਤੀ ਤੋਂ ਜਾਇਜ਼ ਵਰਤੋਂ ਕਰੋ, ਔਰ ਪਾਣੀ ਨੂੰ ਨਜਾਇਜ਼ ਵਰਤੋਂ ਨਾ ਕਰੋ। ਅਸੀਂ ਅੱਗੇ 5 ਲੀਟਰ ਨਾਲ ਕਿੱਲਾ ਸਿੰਚਦੇ ਸੀਗੇ, ਹੁਣ ਕਿੱਲੇ ਦਾ ਇੱਕ ਨੱਕਾ ਬਣਾ ਕੇ ਤੇ ਸਾਰੀ ਰਾਤ ਟਿਊਬਵੈੱਲ ਦਾ ਮੋਟਰ ਦਾ ਪਾਣੀ ਇੱਕ ਕਿੱਲੇ 'ਚ ਹੀ ਪਈ ਜਾਂਦਾ, ਉਹਦੇ ਨਾਲ ਪਾਣੀ ਦਾ ਲੈਵਲ ਹੁਣ 300 ਫੁੱਟ ਚਲਾ ਗਿਆ। ਔਰ ਜਦ ਕਿ ਮੈਂ ਆਪਣੇ ਜੇ ਕਹੂੰਗਾ ਕਿ ਜਦੋਂ ਮੈਂ ਟੀਨਏਜ ਸੀਗਾ ਤਾਂ ਉਦੋਂ 15 ਫੁੱਟ ਤੇ ਪਾਣੀ ਸੀਗਾ, ਕਿਤੇ 15 ਫੁੱਟ ਤੇ ਪਾਣੀ, ਕਿਤੇ 300 ਫੁੱਟ ਤੇ ਪਾਣੀ। ਉਹਦੇ ਵਿੱਚ ਡੂੰਘਾ ਪਾਣੀ ਲਿਜਾਣ ਦੇ ਵਿੱਚ ਕਿਸ ਦਾ ਕਸੂਰ ਨਹੀਂ, ਕਸੂਰ ਸਾਡਾ ਆਪਦਾ ਹੀ ਹੈਗਾ। ਔਰ ਜਿਹੜਾ ਨਸ਼ੇ ਵੱਧ ਗਏ ਹੈਗੇ ਆ ਕਿ ਨਸ਼ੇ ਕਰ ਰਹੇ ਨੇ, ਤਾਂ ਕੋਈ ਮੈਨੂੰ ਚੰਗਾ ਕਹੇ ਜਾਂ ਕੋਈ ਮਾੜਾ, ਅੱਜ ਤੋਂ ਮੈਂ ਕਹੂੰਗਾ 50 ਸਾਲ ਪਹਿਲਾਂ ਸੰਨ 1970 ਦੇ ਵਿੱਚ ਮੈਂ ਹਾੜੀ ਵੱਢਣੀ ਸ਼ੁਰੂ ਕੀਤੀ ਆ। 1970 ਦੇ ਵਿੱਚ ਜਿਹਦੇ ਹਾੜੀ ਵੱਢਦੇ ਸੀ ਨਾ, ਉਹ 10 ਵਜੇ ਵਾਲੀ ਚਾਹ ਦੇ ਵਿੱਚ ਥੋੜ੍ਹੀ ਜਿਹੀ ਅਫੀਮ ਪਾ ਕੇ ਸਾਨੂੰ ਚਾਹ ਪਿਆਉਂਦਾ ਸੀਗਾ, ਔਰ ਤਾਂ ਅਸੀਂ ਵਧੀਆ ਦਿਹਾੜੀ ਨਾਲ ਵੱਧ ਕੰਮ ਕਰਦੇ ਸੀ। ਇਹ ਅਫੀਮ ਕਿੱਥੋਂ ਆਈ ਆ? ਭੁੱਕੀ ਕਿੱਥੋਂ ਆਈ ਆ? ਨਸ਼ਾ ਕਿੱਥੋਂ ਆਇਆ? ਚਿੱਟਾ ਕਿੱਥੋਂ ਆਇਆ? ਇਹ ਸਹੇੜਿਆ ਵੀ ਅਸੀਂ ਆਪ ਹੈਗਾ। ਜੇ 1970 ਦੇ ਵਿੱਚ ਅਸੀਂ ਹਾੜੀ ਵੱਢਣ ਦੇ ਮੌਕੇ ਭੋਰਾ ਚਾਹ 'ਚ ਪਾਉਂਦੇ ਸੀ ਓਪੀਅਮ, ਅਫੀਮ, ਤੇ ਫਿਰ ਅੱਜ ਤਾਂ ਹੁਣ ਮਿੱਤਰੋ ਵੱਧ ਗਈ ਹੈਗੀ ਆ। ਸੋ ਟੀਕੇ ਲਾ ਰਹੇ ਨੇ। ਸਾਡੀਆਂ ਮਾਵਾਂ
ਤੇ ਸਾਡੇ ਭਰਾਵਾਂ ਮੇਰੇ ਜਿਹੜੇ ਬੱਚਿਆਂ ਦੇ ਬਾਪ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਕਿ ਉਹ ਪਿੰਡ ਪਿੰਡ ਦੇ ਵਿੱਚ ਚਿੱਟਾ ਰੋਕੋ ਅਤੇ ਆਪਦੀ ਔਲਾਦ ਨੂੰ ਚੰਗੇ ਗੁਣ ਗ੍ਰਹਿਣ ਕਰਕੇ ਨਾ ਉਹਨੂੰ ਨਸ਼ਿਆਂ ਤੋਂ ਦੂਰ ਰੱਖੋ। ਹੁਣ ਦੇਖੀਏ ਤਾਂ ਕਰਨੈਲ ਸਿੰਘ ਜੀ ਅੱਗੇ ਜ਼ਿੰਮੇਵਾਰੀ ਹੈ ਜਿਹੜੀ ਹੁਣ ਉਹਨਾਂ ਤੇ ਇਹ ਹੈ ਜਾਂ ਕਹੀਏ ਕਿ ਉਹਨਾਂ ਨੇ ਇਹ ਸਾਂਭੀ ਆ ਕਿ ਅੱਗੇ ਲੋਕਾਂ ਨੂੰ ਇਨਸਾਫ ਦਿਵਾਉਣਾ। ਦੋਨੇ ਪਾਸੇ ਦੇ ਕਹਿ ਸਕਦੇ ਹਾਂ ਅੱਗੇ ਹੁਣ ਉਹ ਐਕਸਪੀਰੀਅੰਸ ਇਹਨਾਂ ਦੇ ਕੋਲੇ ਹੈਗਾ ਕਿ ਐਜ਼ ਏ ਜੱਜ ਇਹ ਬਹਿ ਕੇ ਜਦੋਂ ਸੋਚਣਗੇ ਕਿ ਆਖਰਕਾਰ ਜਿਹੜਾ ਮੇਰਾ ਕਲਾਇੰਟ ਹੈਗਾ ਤਾਂ ਉਹਨੂੰ ਕਿਸ ਤਰ੍ਹਾਂ ਦੇ ਨਾਲ ਅੱਗੇ ਬਚਾਉਣਾ ਜਾਂ ਜੇਕਰ ਉਹ ਦੁਖੀ ਹੈਗਾ ਤਾਂ ਉਹ ਕਿਵੇਂ ਹੈ। ਪਰ ਇਹਦੇ ਵਿੱਚ ਕਿਹਾ ਜਾ ਸਕਦਾ ਕਿ ਇਹਦੇ ਨਾਲ ਇਹਨਾਂ ਦੀ ਗੱਲਬਾਤ ਦੇ ਨਾਲ ਇਹ ਵੀ ਪਤਾ ਲੱਗਦਾ ਵੀ ਜੱਜ ਵੀ ਕੋਈ ਸਮਾਜ ਤੋਂ ਪਰੇ ਨਹੀਂ ਹੈਗੇ, ਉਹ ਵੀ ਇਹੀ ਚੀਜ਼ ਦਾ ਹਿੱਸਾ ਨੇ। ਉਹ ਠੀਕ ਹੈ ਲੋਕਾਂ ਦੇ ਵਿੱਚ ਧਾਰਨਾ ਹੁੰਦੀ ਹੈ ਕਿ ਸੀਟ ਵੱਡੀ ਹੁੰਦੀ ਹੈ ਤਾਂ ਲੋਕ ਉਸ ਹਿਸਾਬ ਦੇ ਨਾਲ ਸੋਚਦੇ ਨੇ। ਤੇ ਬਾਕੀ ਹੁਣ ਕਰਨੈਲ ਸਿੰਘ ਲਾਗੇ ਨੇ ਦੁਬਾਰੇ ਫਿਰ ਉਹੀ ਸ਼ੁਰੂਆਤ ਤੇ ਕਿ ਜਦੋਂ ਇੱਕ ਵਾਰੀ ਫਿਰ ਤੋਂ ਹੁਣ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਹੈ ਜਿਹੜਾ ਕੋਰਟ ਦੀਆਂ ਪੌੜੀਆਂ ਚੜ੍ਹਾਇਆ ਕਰਨਗੇ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮੇਤ ਸਿੰਘ, ਰੋਜ਼ਾਨਾ ਸਪੋਕਸਮੈਨ TV, ਚੰਡੀਗੜ੍ਹ।